ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ। ਹਾਲ ਕੇ ਮੂਰਤ ਹੈ ਜਗ ਜਾਇਓ, ਆਦਿ ਕਰਮ ਗੁਰਦੇਵ ਕੋ ਬੰਦਨ। ਵਾਹਿਗੁਰੂ ਮੁਖ ਨਾਹੀ ਉਚਾਰੀ, ਦੁਇ ਕਰ ਜੋੜ ਕਰਮ ਚਰਣਾ ਪਰ। ਜਉ ਸਦਾ ਗੁਰ ਕੋ ਬਲਿਹਾਰੀ, ਤਾਨ ਸੁਨੈ ਰਖਣਾ ਗੁਰ ਕੀ। ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ। ਸੇਵਕ ਸਰਨ ਦੇਰੀ ਦਰਬਾਰੀ, ਦੰਡੋਤ ਬੰਦਨ ਅਨੰਤ ਵਾਰ। ਸਰਵ ਕਲਾ ਸਮਰੱਥ, ਦੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਘਰ ਹੱਥ, ਗਿਆਨ ਜਨ ਗੁਰ ਦੀਆ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਪਿਟਿਆ। ਨਾਨਕ ਮਨ ਪ੍ਰਗਾਸ, ਜੀ ਗੁਜਰੈ ਸ਼ਾਸਤਰ ਕਾਦ। ਸਿੰਧ ਜਨ ਚੜ ਜਾਏ, ਅੰਧ ਲਖੈ ਬਦਰੋ ਸੁਨ। ਜੋ ਕਾਲ ਕਿਰਪਾ ਕਰਾਏ, ਗੁਰੂ ਨਾਨਕ ਪਰਿਤੋਤਮ। ਪਰਮ ਪਰਾਵਰਨਾਥ, ਜੂਲ ਚਰਨ ਬੰਦਨਾ। ਘਰ 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 ਕਰਨਾਥ, ਗੁਰੂ ਨਾਨਕ ਸੁਖ ਸਿੰਧ ਕੋ। ਆਪ ਜੋਤ ਕਰਨਾਮ, ਜਿਸ ਕਰਨਾ ਤੇ ਬੜਿਓਗੀ। ਪਾਵੈ ਗਤ ਵਿਸ਼ਰਾਮ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਨਾਵਾ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਸਾ ਨਹਿ ਚੁਕੈ। ਗੁਰ ਇਹੋ ਭੇਦ ਬਤਾਵੈ, ਹਰ ਕੇ ਨਾਮ ਬਿਨਾ ਦੁਖ ਪਾਵੈ। ਭਗਤ ਬਿਨਾ ਸਹਸਾ ਨਹਿ ਚੁਕੈ। ਗੁਰ ਇਹੋ ਭੇਦ ਬਤਾਵੈ। ਰਹਾਉ ਕਹਾ ਭਇਓ ਤੀਰਥ ਬ੍ਰਤ ਕੀਏ। ਰਾਮ ਸਰਨ ਨਹੀਂ ਆਵੈ, ਜੋਗ ਜਗ ਨਹਿ ਫਲ ਤਿਹ ਮਾਨੋ। ਜੋ ਪ੍ਰਭ ਜਸ ਬਿਸਰਾਵੈ, ਮਾਨ ਮੋਹ ਦੋਨੋਂ ਕੋ ਬਰਹਰ। ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਜੀਵਨ ਮੁਕਤ ਕਹਾਵੈ, ਮਾਨ ਮੋਹ ਦੋਨੋਂ ਕੋ ਪਰਹਰ। ਗੋਬਿੰਦ ਕੇ ਗੁਣ ਗਾਵੈ, ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਜੀਵਨ ਮੁਕਤ ਕਹਾਵੈ। ਬਿਲਾਵਲ ਮਹੱਲਾ ਨਾਵਾ। ਹਰ ਕੇ ਨਾਮ ਬਿਨਾ ਦੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਪਰਮ ਨਿਧਾਨ, ਦੀਨਾ ਬੰਧੂ ਪਤਿ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦੇ ਸਤਿਜੇ ਹੁਕਮ ਦੁਆਰਾ ਚੱਲ ਰਹੇ ਸਮਾਗਮਾਂ ਵਿੱਚ ਮੇਰੇ ਤੋਂ ਪਹਿਲਾਂ ਜੋ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰੰਤਰ ਜਾਰੀ ਹੈ। ਗਿਆਨੀ ਬੜੇ ਪਿਆਰ ਦੇ ਨਾਲ
ਨੁਕਤਾ ਇਹ ਦਰਸਾਇਆ ਜਾ ਰਿਹਾ ਸੀ ਕਿ ਜਿਸ ਵੇਲੇ ਇਨਸਾਨ ਦੇ ਅੰਦਰ ਪਰਮ ਪਦ ਦੀ ਪ੍ਰਾਪਤੀ ਤੋਂ ਬਾਅਦ ਸਾਰੇ ਦੇ ਮਨ ਦੇ ਜਿਵੇਂ ਬੁਖਾਰ ਹੈ, ਇਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਹੈ। ਇਨਸਾਨ ਦੇ ਅੰਦਰ ਫਿਰ ਸਤੀ ਕਵੀ ਦੀ ਸਜ਼ਾ ਜਾਂ ਬੁਰੀ ਦੇਵ ਦੀ ਸਜ਼ਾ ਜੋ ਸ਼ਾਮਲ ਹੋਵੇ, ਉਹਨਾਂ ਦੇ ਮਨ ਦੇ ਅੰਦਰ ਉਹ ਦਾ ਕਮੀਰ ਜਿਹੜਾ ਉਹ ਪੈਦਾ ਨਹੀਂ ਹੁੰਦਾ, ਮਨ ਦੇ ਵਿੱਚ ਸ਼ਾਂਤੀ ਹੁੰਦੀ ਹੈ। ਇਸੇ ਨਾਮ ਨੂੰ ਰੱਖਣ ਦੇ ਨਾਲ ਸ਼ਾਂਤੀ ਨਹੀਂ, ਸ਼ਾਂਤੀ ਪਰਮਾਤਮਾ ਦੇ ਨਾਮ ਨਾਲ ਜੁੜਨ ਨਾਲ ਹੈ। ਜਿਹੜੀ ਪਰਮੇਸ਼ਰ ਦੇ ਨਾਮ ਦੀ ਬਰਕਤ ਹੈ ਉਹ ਬੜੀ ਅਲੌਕਿਕ ਹੈ। ਉਹ ਜਿਸ ਤਰ੍ਹਾਂ ਲੜਕੀਆਂ ਖੂਹ ਤੇ ਪਾਣੀ ਭਰ ਜਾਂਦੀਆਂ ਹਨ, ਕੋਈ ਬਾਣੀ ਦੇ ਘਰ ਵਾਲੀ ਹੈ, ਉਹਦੇ ਪਤੀ ਦਾ ਨਾਮ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਰੱਖਿਆ ਹੋਇਆ। ਉਹ ਦੂਜੀਆਂ ਮਾਈਆਂ ਬੀਬੀਆਂ ਉਹਨੂੰ ਮਸ਼ਕਰੀਆਂ ਕਰਦੀਆਂ ਕਿ ਤੇਰੇ ਪਤੀ ਦਾ ਕਾਹਦਾ ਨਾਮ, ਕਿ ਲਾਲਾ ਠੰਡਪਾਲ ਜੀ, ਇਹ ਵੀ ਕੋਈ ਨਾਂ ਹੈ। ਉਹ ਛੇੜਖਾਨੀ ਕਰਦੇ, ਉਹ ਹੁਣ ਬੜੀ ਗੁੱਸੇ ਨਾਲ ਭਰੀ ਹੋਈ ਹੈ। ਜਦੋਂ ਬਾਣੀਆਂ ਆਇਆ ਉਹ ਬੜੀ ਕ੍ਰੋਧ ਵਿੱਚ ਸੀ। ਪੁੱਛਿਆ ਕੀ ਕਾਰਨ, ਅਤੇ ਤੇਰਾ ਜਿਹੜਾ ਨਾਂ ਉਹ ਚੰਗਾ ਨਹੀਂ, ਇਹ ਬਦਲਣਾ ਚਾਹੀਦਾ। ਉਹ ਕਹਿੰਦਾ ਨਾਵਾਂ ਨੂੰ ਮੈਂ ਕੀ ਕਿਹਾ ਹੈ, ਨਾਂ ਤਾਂ ਪਰਮੇਸ਼ਰ ਦਾ ਬਰਕਤ ਵਾਲਾ ਹੁੰਦਾ, ਬੰਦਿਆਂ ਦੇ ਨਾਂ ਤੇ ਇਸ ਤਰ੍ਹਾਂ ਹੈ। ਪਰ ਉਹ ਬੜਾ ਗੁੱਸੇ ਦੇ ਵਿੱਚ, ਉਹ ਕਹਿੰਦੇ ਚਲੋ ਬਾਜ਼ਾਰ ਤੋਂ ਕੋਈ ਸੌਦਾ ਸੂਟ ਖਰੀਦ ਲਿਆਉਂਦੇ ਹਾਂ, ਉੱਥੇ ਕਈ ਨਾਂ ਤੈਨੂੰ ਸੁਣਨ ਵਾਸਤੇ ਮਿਲਣਗੇ, ਜਿਹੜਾ ਨਾਂ ਚੰਗਾ ਹੋਇਆ ਤੂੰ ਰੱਖ ਲੈ। ਇਹ ਹੋ ਸਕਦਾ। ਉਹ ਜਿਹੜੇ ਚਲੇ ਗਏ ਤੇ ਅੱਗੇ ਇੱਕ ਅਰਥੀ ਮਿਰਤਕ ਦੀ ਆ ਰਹੀ ਸੀ, ਉਹ ਕਹਿਣ ਲੱਗੇ ਕਿ ਇਹਦਾ ਨਾਂ ਕੀ ਹੈ। ਜਿਹੜਾ ਵਿਅਕਤੀ ਮਰਿਆ ਕਹਿੰਦੇ ਇਹਦਾ ਨਾਂ ਅਮਰ ਸਿੰਘ ਸੀ। ਤੇ ਅੱਗੇ ਚਲੇ ਗਏ ਤੇ ਸਾਧ ਸੰਗਤ ਜੀ ਆਪਣੇ ਕੋਈ ਸਰਕਾਰੀ ਭੀਖ ਮੰਗ ਰਿਹਾ, ਇਹਦਾ ਨਾਂ ਕੀ ਹੈ। ਅੱਗੇ ਇਹਦਾ ਨਾਂ ਅਨਪਤ ਰਾਏ ਹੈ। ਅੱਗੇ ਗਏ ਤੇ ਕੋਈ ਬੱਕਰਾ ਫੜੀ ਜਾਂਦਾ, ਅੱਗੇ ਇਹਦਾ ਨਾਂ ਕੀ ਹੈ, ਦਇਆ ਰਾਮ ਹੈ। ਉਹ ਕਹਿੰਦੇ ਦੇਖ ਲਓ ਅਮਰ ਸਿੰਘ ਤੇ ਮਰ ਗਏ ਹੋ, ਅਨਪਤ ਮੰਗੇ ਭੀਖ, ਦਇਆ ਰਾਮ ਹੱਤਿਆ ਕਰੇ। ਇਹ ਕਹਿੰਦੀ ਠੰਡ ਪਾ ਲਈ ਠੀਕ, ਕਿ ਠੰਡ ਪਾ ਲੈ ਨਾ ਠੀਕ ਹੈ। ਜਿਹਦਾ ਨਾਮ ਅਮਰ ਸਿੰਘ ਜੋ ਮਰ ਗਿਆ, ਕਿ ਜਿਹਦਾ ਨਾਮ ਤੁਹਾਨੂੰ ਪਤਾ ਹੈ ਰੱਖਿਆ, ਉਹ ਟੂਟਾ ਫੜ ਕੇ ਦੇਖਿਆ ਮੰਗਦਾ ਫਿਰਦਾ ਦਾਦਰ ਸਕੇ ਉਤਾਰਿਆ। ਕਿ ਜਿਹਦਾ ਨਾਮ ਦਇਆ ਰਾਮ ਰੱਖਿਆ, ਉਹ ਸਾਸ ਨੇ ਹੱਤਿਆ ਕਰ ਰਿਹਾ, ਕਸਾਈ ਪੁਣਾ ਕਰ ਰਿਹਾ। ਕਹਿੰਦੇ ਫਿਰ ਤਾਂ ਠੰਡ ਪਾ ਲਈ ਠੀਕ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕੋਈ ਸੀਤਲ ਦਾਲ ਰੱਖ ਲੈ ਕਿ ਨਾ ਰੱਖਣ ਦੇ ਨਾਲ ਸੀਤਲਤਾ ਨਹੀਂ ਆਉਂਦੀ। ਸੀਤਲਤਾ ਤਾਂ ਉਦੋਂ ਹੀ ਹੋਣੀ ਹੈ ਜਦੋਂ ਗੁਰੂ ਦੇ ਨਾਮ ਦੀ ਕਮਾਈ ਕਰਾਂਗੇ, ਗੁਰੂ ਦਾ ਉਪਦੇਸ਼ ਮਨ ਚ ਵਸ ਜਾਏ, ਫਿਰ ਤਬਤ ਮਾਏ ਠਾਂਡ ਵਰਤਾਈ, ਆਨੰਦ ਪਿਆਰ ਨਾਟੇ ਪਾਈ, ਜਨਮ ਮਰਨ ਦੇ ਬੇਟੇ ਅੰਦੇ ਸੇ ਕਾਲੂ ਕੇ ਪੂਰਨ ਪੁਰਸ਼। ਤੇ ਇਸ ਵਾਸਤੇ ਪ੍ਰਕਰਨ ਜਿਹੜਾ ਸੀ ਕਰ ਰਿਹਾ ਸੀ, ਗੁਰਬਾਣੀ ਵਿੱਚੋਂ ਭਾਈ ਸਾਹਿਬ ਜੀ ਨੇ ਨੌਵੇਂ ਪਾਤਸ਼ਾਹੀ ਬਾਣੀ ਦਾ ਸ਼ਬਦ ਪੜ੍ਹਿਆ। ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਜਿੰਨੀ ਵੀ ਗੁਰਬਾਣੀ ਹੈ ਇਹ ਸਾਰੀ ਸ਼੍ਰੀ ਮੁਖ ਵਾਕ ਹੈ। ਪਰ ਅਸੀਂ ਕਈ ਵਾਰੀ ਆਪਣੇ ਢੰਗ ਨਾਲ ਭਜਨ ਕਰਦੇ ਹਾਂ,
सारे शब्द गुरबाणी की महानता ना समझण के समझी दे सारी बाणी कोकी बाणी है, अकाली बाणी है, रूहानियत दे नाल भरपूर है। मिस्री का केड़ा पानी है जिहदे च मिठास नहीं, घ्यो दे विच हर जगह अंधियारी है, सूरज की हर किरण प्रकाश नाल भरी हुई है, फुल की हरेक पंखड़ी विच सुगंधी भरी हुई है। पर असीं अज्ञानता दे वस हो के अपनी अज्ञान व्यक्ति का प्रगटाव करते हैं। जितनी भी बाणी एक ओंकार तो लैके 18 दसवीं तक है, सारी बाणी सत स्वरूप है, गुरबाणी बनी ये सच का स्वरूप है। तो जेड़े इसकी कमाई करते हैं कुछ समय तो बाद ये झूठा जड़ा प्रपंच इसका मोह या जो भी विकार दोष निवृत्त हो जाते हैं, अंदर फिर सच पैदा हो जाता है। तो जो फिर ये अवस्था बन जाती है कि बाबा फरीद साहब कितना डांके की चोट ना बचन करते हैं, बोलिए सच धर्म झूठ ना बोलिए, जो गुरदसे पाठ मरीदा जो है मरीद बन के वो चली है। ये बाणी सत स्वरूप आत्मा उन्होंने देखने वास्ते या उन्होंने प्रगट करने या उन्होंने अनुभव करने वास्ते ये सत स्वरूप जी बाणी है, ये किसी शब्द का अभ्यास कर लो। मूल मंत्र लै लो, गुरु मंत्र लै लो, होर शब्द लै लो, सारियां दी जिहड़ी बरकत है वो बड़ी महान है। आज वो विचार चली सी कि गुरु मंत्र का जाप चाहिए। मैं कहा जे कला यही चाहिए होंदा फिर गुरु ग्रंथ साहब का स्वरूप तैयार करने की लोड़ सी। गल के बोलो गुरबाणी की भी लोड़ है। इस वास्ते बाणी दे विच साडा व्यवहार, समाज, राजनीति, परमार्थक हर तत्त की सिक्ख्या दी हुई है। इस वास्ते गुरबाणी जिहड़ी है ये माता है। इहदे जाप नाल, इहदे उपदेश, इहदी सिक्ख्या नाल ही असीं अमृत छकांगे। इहदी सिक्ख्या नाल ही बाणी बाणा, इहदी सिक्ख्या नाल ही गुरबाणी और गुरबाणी के करते दी निशान धाम की महानता बारे पता लगेगा। गुरबाणी की कथा सिक्ख्या तो ही परमेश्वर बारे पता लगेगा। परमेश्वर की प्राप्ति के जोड़े रंग ढंग है वो भी बाणी की विचार द्वारा ही प्राप्त होंगे। अथवा होर भी जिन्हें औगण त्यागने हैं, शुभ गुण धारने हैं, ये बाणी ने सानू उपदेश दे के इस पासे लाना। ते गुरबाणी के नाल इतिहास उसकी भी लोड़ है। इतिहास का भी अपना पक्ष है, अपने गुरुओं बारे, शहीदों बारे, बड़िया वडेरियां बारे, और गुरसिख किस तरह संगत जाते सी, किस तरह उन्होंने बहना सहना रहना कहना सी, किवें उन्होंने सिक्ख्या मिलती सी, किस तरह मर्यादा जो भी रहत मर्यादा उहदे बारे बाणी च भी संकेत है। इतिहास विच भी बहुत सारे ऐसे प्रसंग हैगे। इस करके गुरबाणी जो रूहानी पक्ष है, इतिहास द्वारा सानू अपने विरसे का ज्ञान होंदा। इस वास्ते हर पक्ष की हर थां आपो अपने स्थान नाल जरूरत है। कि जे भाई मैं कहा भी कला गुरु मंत्र का होंदा फिर महाराज इन्ना ही कह देंगे, फिर महाराज ने
ਇਹ ਇਤਨਾ ਵੱਡਾ ਬਾਣੀ ਦਾ ਜਿਹੜਾ ਇਹ ਸੰਚਾ ਤਿਆਰ ਕੀਤਾ। ਆਪਣੀ ਬਾਣੀ ਦੇ ਨਾਲ ਉਹਨਾਂ ਨੇ ਸੰਤਾਂ ਦੀ ਬਾਣੀ ਵੀ, ਭਗਤਾਂ ਦੀ ਬਾਣੀ ਵੀ ਲਈ ਹੈ। ਇਹਨਾਂ ਦੀ ਬਾਣੀ ਦਾ ਜਿਹੜਾ ਸੁਮੇਲ ਹੈ ਉਸੇ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਇਹਦੇ ਵਿੱਚ ਬਾਬਾ ਫਰੀਦ ਸਾਹਿਬ ਫਕੀਰ ਬੈਠੇ ਹੈ, ਭੀਖਨ ਜੀ ਬੈਠੇ ਹੈ, ਸਵਾਮੀ ਰਾਮਾਨੰਦ ਜੀ ਬੈਠੇ ਹੈ, ਕਬੀਰ ਸਾਹਿਬ ਨਾਮ ਦੇ ਆਦਿਕ ਸਾਰੇ ਭਗਤ ਬੈਠੇ ਹੈ। ਭੱਟਾਂ ਦੀ ਵਿਦਵਾਨਾਂ ਦੀ ਬਾਣੀ ਵੀ ਹੈ। ਇਸੇ ਤਰ੍ਹਾਂ ਚੌਗੁਲੇ ਉਹਨਾਂ ਗੁਰਮੁਖਾਂ ਦਾ ਵੀ ਨਾਮ ਵਿੱਚ ਐਡ ਹੋਇਆ। ਸ਼੍ਰੀ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਵੀ ਸ਼ਬਦ ਹੈਗੇ ਹੈ। ਇਸ ਵਾਸਤੇ ਇਹ ਬਾਣੀ ਦੀ ਵੀ ਬਹੁਤ ਜ਼ਰੂਰਤ ਹੈ। ਹੁਣ ਜੇ ਗੁਰਬਾਣੀ ਦਾ ਸਰੂਪ ਨਾ ਤਿਆਰ ਕਰਦੇ ਤੇ ਸਾਡਾ ਤੇ ਗੁਰੂ ਕੌਣ ਹੁੰਦਾ? ਗੁਰਬਾਣੀ ਨੂੰ ਮਹਾਰਾਜ ਨੇ ਗੁਰੂ ਪਦਵੀ ਦਿੱਤੀ ਹੈ, ਤੇ ਜਦੋਂ ਇਹਨੂੰ ਗੁਰੂ ਪਦਵੀ ਮਿਲੀ ਹੈ ਤੇ ਗੁਰੂ ਤੋਂ ਹੀ ਫਿਰ ਗੁਰੂ ਮੰਤਰ ਤੇ ਮੂਲ ਮੰਤਰ ਮਿਲਦਾ। ਇਸੇ ਦੇ ਆਦਿ ਵਿੱਚ ਮੂਲ ਮੰਤਰ ਹੈ। ਇਹਦੇ ਅੰਦਰ ਹੀ ਬਾਬੂ ਸ਼ਬਦ ਆ ਜਾਏ, ਗੁਰੂ ਆ ਜਾਏ, ਉਹ ਗੁਰੂ ਮੰਤਰ ਦਾ ਪ੍ਰਤੀਕ ਹੈ। ਸਤਿਨਾਮ ਆ ਜਾਏ, ਕਰਤਾ ਪੁਰਖ, ਇਸ ਤਰ੍ਹਾਂ ਕੋਈ ਵੀ ਨਾ ਸ਼ਬਦਾਂ ਚੋਂ ਆ ਜਾਏ, ਉਹ ਮੂਲ ਮੰਤਰ ਦਾ ਪ੍ਰਤੀਕ ਹੈ। ਸੋ ਇਸ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਮਨਾਂ ਵਿੱਚ ਕਈ ਦੁਬਿਧਾ ਜਿਹੀਆਂ ਬਣੀਆਂ ਹੋਈਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਬਾਣੀ ਬਾਰੇ ਹਰ ਸ਼ਬਦ, ਹਰ ਪੰਕਤੀ ਦਾ ਆਪਣਾ ਸਥਾਨ ਔਰ ਸਤਿਕਾਰ ਹੈ। ਇਹ ਸਾਰੀ ਬਾਣੀ ਅਭੇਦ ਸਰੂਪ ਹੈ। ਇਹ ਨਹੀਂ ਕਿ ਇਹਦਾ ਪਕਸ਼ ਕੋਈ ਹੋ ਰਿਹਾ, ਇਹਦਾ ਪਕਸ਼ ਹੋ ਰਿਹਾ। ਸਮਝਾਉਣ ਵਾਸਤੇ ਸਾਖੀਆਂ, ਪ੍ਰਮਾਣ, ਦ੍ਰਿਸ਼ਟਾਂਤ, ਬੇਅੰਤ ਦਿੱਤੇ ਗਏ ਆ। ਨਿਸ਼ਾਨਾ ਇੱਕੋ ਹੀ ਹੈ। ਜਿਵੇਂ ਅੱਜ ਕੱਲ੍ਹ ਹੁਣ ਕਾਫੀ ਡਿਵੈਲਪਮੈਂਟ ਹੋ ਗਈ ਹੈ, ਸਾਧਨ ਨਵੇਂ ਨਵੇਂ ਹੈ। ਜਿਵੇਂ ਜਹਾਜ਼ ਉੱਡਦੇ ਆ, ਕੋਈ ਦਿਸ਼ਾ ਸੂਚਕ ਸੂਈ ਹੈ, ਉਹ ਉੱਧਰੋਂ ਵਰੇ ਜਾਂਦੀ ਹੈ। ਦਿਸ਼ਾ ਦਾ ਗਿਆਨ ਹੋਣ ਨਹੀਂ, ਇਹ ਹਵਾਈ ਮਾਰਗ ਜਾਂ ਦੂਜੇ ਤੀਜੇ ਮਾਰਗ ਜਿਹੜੇ ਆ ਚੱਲਦੇ ਆ। ਇਸ ਵਾਸਤੇ ਬਾਣੀ ਵਿੱਚੋਂ ਕੋਈ ਨੁਕਤਾ ਲੈ ਲਓ, ਉਹਨਾਂ ਦਾ ਜਿਹੜਾ ਇਸ਼ਾਰਾ ਉਹ ਇੱਧਰ ਹੀ ਹੈ। ਏਕੋ ਜਪ, ਏਕੋ ਸਾਰਾਜ, ਏਕ ਸਿਮਰ, ਏਕੋ ਮਨ ਆਏ, ਏਕ ਸੇਵਨ ਗਾਓ ਅਨੰਤ, ਮਨ ਤਨ ਜਾਪ, ਏਕ ਭਗਵੰਤ। ਕਿਉਂਕਿ ਏਕ ਓਂਕਾਰ ਦੀ ਵਿਆਖਿਆ ਜਿਹੜੀ ਹੈ ਉਹ ਮੂਲ ਮੰਤਰ 'ਚ ਹੈ। ਮੂਲ ਮੰਤਰ ਦੀ ਵਿਆਖਿਆ ਸਾਰਾ ਸ੍ਰੀ ਜਪਜੀ ਸਾਹਿਬ ਹੈ। ਜਪਜੀ ਸਾਹਿਬ ਦੀ ਵਿਆਖਿਆ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਇਸ ਵਾਸਤੇ ਕਿਉਂਕਿ ਬੀਜ ਰੂਪ ਜਿਹੜਾ ਅੱਖਰ ਹੈ ਉਹ ਇੱਕ ਓਂਕਾਰ ਹੈ। ਉਹਦਾ ਕੀ ਸਰੂਪ ਰੱਖਣ ਹੈ, ਉਹਦੇ ਤਟਸਥੀ ਲੱਛਣ ਕੀ ਹੈ, ਉਹ ਫਿਰ ਵਿਦਵਾਨਾਂ ਵਾਲੀ ਪ੍ਰਕਿਰਿਆ ਹੋ ਜਾਂਦੀ ਹੈ। ਤੇ ਆਮ ਸੰਗਤਾਂ ਨੂੰ ਫਿਰ ਸਮਝਣ ਵਾਸਤੇ ਸੌਖਾ ਵੀ ਦਸਾਉਣਾ ਪੈਂਦਾ। ਜਿਹੜੇ ਜੋ ਵਿਦਿਆਰਥੀ ਹੈ ਤੇ ਉਹਨਾਂ ਵਾਸਤੇ ਫਿਰ ਗੰਭੀਰ ਜਿਹੜੇ ਵਿਸ਼ੇ ਹੈਗੇ ਆ ਉਹ ਵੀ ਵਿਦਵਤਾ ਦੇ ਮਿਆਰ ਨੂੰ ਉੱਚਾ ਸੁੱਚਾ ਕਾਇਮ ਰੱਖਣ ਵਾਸਤੇ ਦਰਸਾਏ ਜਾਂਦੇ ਆ। ਸੋ ਇਸ ਵਾਸਤੇ ਅੱਜ ਇਹ ਸ਼ਬਦ ਲਿਆ ਗਿਆ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਤੋਂ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬਹੁਤ ਠੇਠ ਪੰਜਾਬੀ ਵਰਤੀ ਹੋਈ ਹੈ। ਇਹ ਸਾਰੇ ਸਿਆਣੇ ਪੁਰਸ਼ ਮੰਨਦੇ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਅਦਾਸੀਆਂ ਦਾ ਸਰਕਲ ਆ, ਚੱਕਰ ਆ, ਇਹ ਬਹੁਤ ਹੀ ਵਿਸਥਾਰ ਵਿੱਚ ਹੈ। ਉਹਨਾਂ ਨੂੰ ਬਹੁਤ ਤਰ੍ਹਾਂ ਦੇ ਜੀਵਨ ਸਰੂਪ ਮਿਲੇ ਆ ਤੇ ਉਹਨਾਂ ਦੀ ਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਜਿਹੜੇ ਹੋਰ ਬੋਲੀਆਂ ਦੇ ਵੀ ਹੈ, ਫਾਰਸੀ ਅਰਬੀ ਵੀ ਹੈ। ਜਿਹੜੇ ਦੇਸ਼ ਗਏ ਉਹ ਮਹਾਰਾਜ ਨੇ ਉਸ ਭਾਸ਼ਾ ਦਾ ਕਾਫੀ ਸੰਸਕ੍ਰਿਤ ਵਗੈਰਾ ਵੀ ਹੈ ਵਰਣਨ ਕੀਤਾ ਹੈ। ਤੇ ਜੇ ਆਪਾਂ ਪੰਜਾਬੀ ਜਾਂ ਗੁਰਮੁਖੀ, ਉਹ ਨੌਵੇਂ ਪਾਤਸ਼ਾਹ ਨੇ ਬਹੁਤ ਹੀ
ਖੇਡ ਸ਼ਬਦ ਜਿਹੜੇ ਪੰਜਾਬੀ ਦੇ ਵਰਤੇ ਇਹ ਨਹੀਂ ਕਿ ਦੂਏ ਨਹੀਂ, ਉਹ ਵੀ ਹਨ, ਪਰ ਬਹੁਤ ਸਾਰਾ ਪੰਜਾਬੀ ਬੋਲੀ ਜਿਹੜੀ ਹੈ ਇਹ ਟਕਸਾਲੀ ਕਾਫੀ ਵਰਤੋਂ ਕੀਤੀ ਹੈ। ਸੋ ਨੌਵੇਂ ਪਾਤਸ਼ਾਹ ਦੀ ਬਾਣੀ ਬਿਲਾਵਲ ਰਾਗ ਆ, ਇਹ ਇੱਕ ਅਜਿਹਾ ਰਾਗ ਆ ਜਿਹਨੂੰ ਹਰ ਸਮੇਂ ਗਾਇਆ ਜਾ ਸਕਦਾ। ਕੁਝ ਰਾਗ ਆ ਉਵੇਂ ਤਾਂ ਜਿਵੇਂ ਮਰਜ਼ੀ ਕੋਈ ਪੜ੍ਹੀ ਪੜ੍ਹਾਈ ਜਾਂ ਗੱਲ ਵੱਖਰੀ ਹੈ, ਪਰ ਉਹਨਾਂ ਦੇ ਸਮੇਂ ਆ। ਅੰਮ੍ਰਿਤ ਵੇਲੇ ਦੇ ਰਾਗ ਆ, ਦੁਪਹਿਰ ਦੇ ਰਾਗ ਆ, ਸ਼ਾਮ ਦੇ ਆ, ਰਾਤ ਦੇ ਆ। ਉਹਨਾਂ ਬਾਰੇ ਜਿਹੜੇ ਸਿਆਣੇ ਰਾਗੀ ਪੁਰਸ਼ ਆ ਉਹ ਜਾਣਦੇ ਆ, ਸਮਝਦੇ ਆ। ਪਰ ਇਹ ਇੱਕ ਐਸਾ ਰਾਗ ਆ, ਬਿਲਾਵਲ ਨਾਮ ਹੀ ਖੁਸ਼ੀ ਦਾ ਹੈ। ਇਸ ਰਾਗ ਨੂੰ ਅਸੀਂ ਹਰ ਸਮੇਂ ਗਾ ਸਕਦੇ ਹਾਂ। ਉਹਦੇ ਜਿਹੜੇ ਸਿਆਣੇ ਰਾਗੀ ਆ ਉਹਦਾ ਦੋਸ਼ ਨਹੀਂ ਹੁੰਦੇ। ਵੈਸੇ ਤਾਂ ਬਾਣੀ ਜਦੋਂ ਮਰਜ਼ੀ ਪੜ੍ਹੋ, ਸੰਚਾ ਕਰੋ, ਪਤਾ ਵਿਚਾਰ ਕਰੋ, ਪਰ ਜਿਹੜਾ ਉਹ ਰਾਗੀਆਂ ਦਾ ਰਾਗ ਦਾ ਨਿਯਮ ਹੈ ਉਹਦੇ ਮੁਤਾਬਕ ਇਸ ਤਰ੍ਹਾਂ ਦੀ ਵਿਚਾਰਧਾਰਾ ਹੈ। ਉਹ ਨੌਵੇਂ ਪਾਤਸ਼ਾਹ ਦੀ ਪਾਵਨ ਬਾਣੀ ਹੈ। ਜਿਨ੍ਹਾਂ ਦੀ ਕਿਰਪਾ ਬਦੌਲਤ ਤੁਸੀਂ ਜਾਂ ਹਿੰਦੁਸਤਾਨ ਦੇ ਲੋਕ ਆਪਣੇ ਜਿਹੜਾ ਵੀ ਉਹਨਾਂ ਦਾ ਕੋਈ ਸਨਾਤਨੀ ਧਰਮ ਹੈ ਜਾਂ ਸਾਨੂੰ ਇਹ ਗੁਰਮਤਿ ਵਾਲਾ ਧਰਮ ਮਿਲਿਆ, ਅਸੀਂ ਕਾਇਮ ਹਾਂ। ਇਹ ਨੌਵੇਂ ਪਾਤਸ਼ਾਹ ਦੀ ਬਖਸ਼ਿਸ਼ ਹੈ, ਕਿਉਂਕਿ ਉਹਨਾਂ ਨੇ ਇਹ ਮਿਹਰ ਕੀਤੀ ਹੈ। ਤਿਲਕ ਜਨੂ ਰਾਖਾ ਪ੍ਰਭੁਤਾ ਕਾ, ਕਿਨੋਂ ਵੱਡੋ ਕਰੋ ਮੈਂ ਸਾਕਾ, ਸਾਧਨ ਹੇਤ ਕੀਤੀ ਜਨ ਕਰੀ, ਸੀਸ ਰਿਆ ਪਰ ਸੀਨਾ ਉਚਰੀ, ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾ, ਠੀਕਰ ਕੋਰ ਦਰੀ ਸਰ ਪ੍ਰਾਪਰ ਦਿਆ ਗਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ केनहु हाँ तेग बहादुर के चलत कहो जब को सो है सब जग जय जय जय। ਇਹ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਇਹ ਪਵਿੱਤਰ ਸ਼ਬਦ ਦੋਹਰੇ ਜਿਹੜੇ ਲਿਖੇ ਹੈ। ਸੋ ਇਸ ਵਾਸਤੇ ਇਹ ਸਾਰਾ ਪ੍ਰਤਾਪ ਉਹਨਾਂ ਦਾ ਅੱਜ ਕੋਈ ਕੀਰਤਨ ਬਣ ਕੇ ਇਸ ਕੁਰਬਾਨੀ ਨੂੰ और भला जाए तो बदकिस्मती है, पर बख्शिश महाराज जी है। उन्होंने पवित्र बाणी विचों हुण सीसगंज साहिब जाओ, कोई समा अजिहा नहीं जदों गुरु महाराज के दरबार के दहलीज उत्ते कोई सीस ना झुके हुए मिलन। दिना जाओ, दोपहरे जाओ, शाम जाओ, रात जाओ, हर वेले नमस्कार हो ही जाए। महाराज जी ने मेहर है। सो उन्होंने पवित्र बाणी विचों ये शब्द पढ़िया, प्यार नाल सरवण करिए। गुरु महाराज अपने मुखारबिंद तो बख्शिश करते हैं। बिलावल महला नावा। बिलावल राग विच धन धन साहिब श्री गुरु तेग बहादुर साहिब जी महाराज बख्शिशां कर रहे हैं। हर के नाम बिना दुख पावै। हर इंसान सुख चाहता, दुख कोई नहीं चाहता, पर दुख आ जाते हैं। पुन्ना दुख हो गया, पाप कर्म है उदों दुख है। पाप पुण्य जिहड़े आ संगत कुसंगत के प्रभाव तो जे तां आपां नेक पुरखां की संगत करते हैं ये पुण्यमई व्यक्ति है। जे हो जाए दुष्ट व्यक्ति के मनुखां की कुसंगत करते हैं उन्हें पाप करने हैं। जड़ा उन्होंने कुसंगत करता वह भी प्रेरित हो के उस पासे लग जाता। सुख सारे चाहते हैं, दुख कोई नहीं चाहता। सुख मंगत दुख आगे आवे, सो सुख उन्होंने मांगया पावे। सुख चाहते हैं पर दुख फिर आ जाता, क्योंकि कोई भी इंसान है या जीव जंतु जितने भी हैं, बल्कि देवते भी जड़े हैं, सारियां दे शरीर पुण्य और पाप तो रचे हुए हैं। मिश्रित कर्म जिन्हों के पुण्य वधेरे है उन्होंने देवता कह देने हैं, पाप उन्होंने भी है। हुण इंद्र का प्रसंग पढ़ो, जे उहदा पाप ना हुंदा ते फिर जो गौतम ऋषि से
ਉਹਦੇ ਘਰ ਵੱਲ ਗੈਰ ਦ੍ਰਿਸ਼ਟੀ ਨਾ ਹੁੰਦੀ, ਪਾਪ ਕਰਮ ਨਾ ਹੁੰਦਾ। ਪੁੰਨ ਵਧੇਰੇ ਕਰਕੇ ਉਹਨਾਂ ਨੂੰ ਪੁੰਨਮਈ ਦੇਵਤੇ ਕਹਿ ਦਿੰਦੇ ਆ, ਪਰ ਨਿਰੇ ਪੁੰਨਮਈ ਨਹੀਂ। ਉਹਨਾਂ ਵਿੱਚ ਪੁੰਨ ਵਧੇਰੇ ਆ, ਪਾਪ ਘੱਟ ਹੈ ਉਹਨਾਂ ਦੇ ਵੀ ਮਿਸ਼ਰਤ ਕਰਮ। ਜਿਹਨੂੰ ਅਸੀਂ ਬਹੁਤ ਵੱਡਾ ਪਾਪੀ ਕਹਿੰਦੇ ਹਾਂ, ਉਹ ਨਿਰਾ ਪਾਪੀ ਨਹੀਂ, ਉਹਦੇ 'ਚ ਵੀ ਕੋਈ ਨਾ ਕੋਈ ਪੁੰਨ ਹੁੰਦਾ। ਇਸ ਵਾਸਤੇ ਉਹਨਾਂ ਦੇ ਅੰਦਰ ਪਾਪ ਵਧੇਰੇ ਆ, ਪੁੰਨ ਘੱਟ ਆ, ਕਈਆਂ ਦੇ ਸਮਾਨ ਅੰਤਰ ਆ। ਇਹ ਮਿਸ਼ਰਤ ਕਰਮਾਂ ਦੀ ਲੜੀ ਹੈ, ਚੱਲਦੀ ਰਹਿੰਦੀ ਹੈ। ਫਿਰ ਹੁਣ ਦੁੱਖਾਂ ਤੋਂ ਛੁਟਕਾਰਾ ਹੋਵੇ ਕਿਵੇਂ? ਕੋਈ ਦਾ ਸਰੀਰਕ ਦੁੱਖ ਹੈ, ਉਹਨਾਂ ਦੀ ਨਿਵਰਤੀ ਵਾਸਤੇ ਜੜੀਆਂ ਬੂਟੀਆਂ, ਔਸ਼ਧੀਆਂ ਸਿਆਣੇ ਲੋਕਾਂ ਨੇ ਗ੍ਰੰਥ ਵੀ ਲਿਖੇ ਹੈ ਔਰ ਦਵਾਈਆਂ ਵੀ ਤਿਆਰ ਕੀਤੀਆਂ। ਉਹਨਾਂ ਦੀ ਨਿਵਰਤੀ ਵਾਸਤੇ ਉਹ ਕੁਝ ਮਦਦਗੀਰ ਹੁੰਦੇ ਆ। ਤੇ ਕਈ ਵਾਰੀ ਰੋਗ ਐਸੇ ਹੁੰਦੇ ਆ, ਜਿਸ ਤਰ੍ਹਾਂ ਕੋਈ ਕੱਪੜਾ ਆ, ਉਹ ਵੈਸੇ ਪਾਟ ਜਾਏ ਤੇ ਉਹਨੂੰ ਗਾਂਢਾ ਤੋਪਾ ਕਰੀਏ ਤੇ ਕੰਮ ਪੂਰਾ ਦੇ ਹੀ ਜਾਂਦਾ। ਹੈਗਾ ਕੱਪੜਾ ਨਵਾਂ ਸੀ, ਕਿਤੇ ਖੁੰਗਾ ਕੇ ਫਸ ਗਿਆ ਜਾਂ ਇਸ ਤਰ੍ਹਾਂ, ਉਹ ਫੇਰ ਟਾਕੀ ਲਾ ਦਈਏ ਜਾਂ ਇਉਂ ਦੇਈਏ ਕੰਮ ਦਿੰਦਾ। ਕਈ ਵੀ ਕੱਪੜਾ ਬਹੁਤ ਪੁਰਾਣਾ ਹੋ ਜਾਂਦਾ, ਬੋਦਾ ਹੋ ਜਾਂਦਾ, ਜਰਜਰੀ ਭੂਤ ਹੋ ਜਾਂਦਾ, ਉਹ ਪਾੜ ਜਾਏ ਤੇ ਜਿੰਨੇ ਮਰਜ਼ੀ ਟਾਂਕੇ ਤੋਪੇ ਸਿਲਾਈ ਵਗੈਰਾ ਕਰੋ, ਉਹ ਫੇਰ ਪੜ ਜਾਂਦਾ। ਇਸ ਤਰ੍ਹਾਂ ਕਈ ਵਾਰੀ ਸਾਡੇ ਅੰਦਰ ਐਸੇ ਰੋਗ ਪੈਦਾ ਹੁੰਦੇ ਆ, ਜਿਨ੍ਹਾਂ ਨੂੰ ਸਮੇਂ ਨਾਲ ਨਾ ਤਾਂ ਜਾਣਿਆ ਪਛਾਣਿਆ ਗਿਆ, ਨਾ ਇਲਾਜ ਹੋਇਆ, ਉਹ ਅੰਦਰ ਅੰਦਰ ਵੱਧਦੇ ਰਹੇ। ਉਹਨਾਂ ਨੇ ਸਾਡੇ ਸਰੀਰ ਨੂੰ ਜਰਜਰੀ ਭੂਤ ਕਰ ਦਿੱਤਾ। ਫਿਰ ਉੱਥੇ ਦਵਾਈ ਕੋਈ ਅਸਰ ਨਹੀਂ ਕਰੀ, ਡਾਕਟਰ ਵੀ ਕਹਿੰਦੇ ਲੈ ਜਾਓ ਵੀ ਹੁਣ ਹੱਥੋਂ ਬਾਹਰ ਹੈ। ਕਰਕੇ ਬੋਲੋ ਸਤਿਨਾਮ। ਸਰੀਰਕ ਦੁੱਖਾਂ ਦਾ ਇਲਾਜ ਵੀ ਸੀਮਾ ਅੰਦਰ ਹੈ। ਕਈ ਵਾਰੀ ਉਸ ਸਥਿਤੀ 'ਤੇ ਪਹੁੰਚ ਜਾਂਦਾ, ਡਾਕਟਰ ਜਵਾਬ ਦੇ ਦਿੰਦੇ। ਇਸ ਤਰ੍ਹਾਂ ਬਾਣੀ ਦੇ ਦੁੱਖ ਆ, ਰਸਨਾ ਦੇ, ਕੌੜਾ ਬੋਲਦਾ, ਫਿੱਕਾ ਬੋਲਦਾ, ਝੂਠ ਬੋਲਦਾ, ਕਿਸੇ ਨੂੰ ਝੂਠਾ ਦੋਸ਼ ਆਰੋਪਣ ਕਰਦਾ, ਤੋਹਮਤ ਲਾਉਂਦਾ, ਨਿੰਦਿਆ ਕਰਦਾ। ਇਹ ਰਸਨਾ ਨੂੰ ਰੋਗ ਚਿੰਬੜੇ ਹੋਏ। ਸਰੀਰ ਕਰਕੇ, ਪੈਰਾਂ ਕਰਕੇ ਮਾਰਗ ਜਾਂਦਾ, ਹੱਥਾਂ ਨਾਲ ਚੋਰੀ ਕਰਦਾ, ਸਰੀਰ ਕਰਕੇ ਵਿਵਚਾਰ ਕਰਦਾ। ਇਹ ਸਰੀਰ ਦੇ ਇਸ ਤਰ੍ਹਾਂ ਵੀ ਮੰਨਦੇ ਆ, ਕਿਸੇ ਦਾ ਬੁਰਾ ਚਿਤਵਦਾ, ਬੁਰਾ ਸੋਚਦਾ ਔਰ ਨਫ਼ਰਤ ਕਰਦਾ, ਘਿਰਣਾ ਕਰਦਾ, ਈਰਖਾ ਕਰਦਾ। ਇਸ ਤਰ੍ਹਾਂ ਦੇ ਇਹ ਮਨ ਦੇ ਰੋਗ ਹੈਗੇ। ਹੁਣ ਇਹ ਜਿਹੜੇ ਰੋਗ ਹੈ, ਇਹਨਾਂ ਦੇ ਪੈਦਾ ਹੋਣ ਦਾ ਕਾਰਨ ਕੀ ਹੈ? ਕਾਰਨ ਇਹ ਹੈ ਕਿ ਪਰਮੇਸ਼ਰ ਦੇ ਨਾਮ ਨੂੰ ਭੁੱਲ ਗਿਆ। ਤੇ ਜਦੋਂ ਇਹ ਨਾਮ ਨਾਲ ਜੁੜਿਆ ਰਹਿੰਦਾ, ਇਹ ਨਾਮ ਜਿਹੜਾ ਆ ਉਹ ਸਾਡੇ ਮਨ ਦੀ ਅਵਸਥਾ ਨੂੰ ਬੈਲੈਂਸ ਵਿੱਚ ਸਮਾਨਾਂਤਰ ਰੱਖਦਾ, ਸਾਮੰਤਰਿਸ਼ਟਾ ਬਣ ਜਾਂਦਾ। ਭਜਨ ਵਾਲਾ ਬੰਦਾ ਜਿਹੜਾ ਆਤਮਾ ਗਿਆਨੀ ਹੈ, ਜਿਗਿਆਸੂ ਕਾਲ ਵਿੱਚ ਤੇ ਉਤਰਾਅ ਚੜ੍ਹਾਅ ਹੁੰਦਾ ਰਹਿੰਦਾ। ਤੇ ਜਦੋਂ ਆਤਮਾ ਗਿਆਨ ਹੋ ਜਾਂਦਾ, ਫਿਰ ਉਤਰਾਅ ਚੜ੍ਹਾਅ ਨਹੀਂ ਹੁੰਦਾ, ਫਿਰ ਵਿਅਕਤੀ ਇੱਕ ਰਸ ਹੋ ਜਾਂਦੀ ਹੈ। ਤੇ ਜਦੋਂ ਸਾਮੰਤਰਿਸ਼ਟਾ ਬਣ ਜਾਂਦਾ ਤੇ ਉਹਦੇ ਅੰਦਰ ਫਿਰ ਕੋਈ ਦੁੱਖ, ਕੋਈ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ ਰਹਿੰਦਾ। ਜੇ ਕੋਈ ਸਰੀਰ ਕਿਸੇ ਪ੍ਰਾਰਬਧ ਰੂਪੀ ਕਰਮ ਨਾਲ ਕਸ਼ਟ ਆ ਗਿਆ, ਜਾਂ ਕਿਸੇ ਜ਼ਾਲਮ ਦੁਆਰਾ ਉਹਦੇ ਮਨ ਦਾ ਜਿਹੜਾ ਸੰਤੁਲਨ ਹੈ, ਬੁੱਧੀ ਦਾ, ਉਹ ਵਿਗੜਦਾ ਨਹੀਂ। ਉਹਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਆ, ਇੰਦਰੀਆਂ ਦੇ ਤਲ ਤੋਂ, ਚਾਹੇ ਕਰਮ ਇੰਦਰੀਆਂ, ਚਾਹੇ ਗਿਆਨ ਇੰਦਰੀਆਂ, ਮਨ ਬੁੱਧੀ ਦੇ ਤਲ ਤੋਂ ਉੱਪਰ ਉੱਠ ਕੇ ਉਹਦੀ ਵਿਅਕਤੀ ਅਨਾਤਮਾਕਾਰ ਨਹੀਂ, ਆਤਮਾਕਾਰ, ਬ੍ਰਹਮਾਕਾਰ ਹੋ ਜਾਂਦੀ। ਅਵਸਥਾ ਇੰਨੀ ਉੱਚੀ ਹੋ ਜਾਂਦੀ ਜਿਵੇਂ ਆਕਾਸ਼ ਤੇ ਧਰਤੀ ਦਾ ਜਿਹੜਾ ਮੱਧ ਹੈ, ਇਹਦੇ ਮੱਧ ਤੋਂ ਉੱਪਰ ਜਿਹੜੀ ਚੀਜ਼ ਚਲੇ ਜਾਂਦੀ ਹੈ, ਉਹ ਵਿਗਿਆਨੀ ਲਾ ਕੇ ਫਿਰ ਨੀਚੇ ਡਿੱਗਦੀ, ਉੱਥੇ ਘੁੰਮੀ ਜਾਊਗੀ ਖਲਾਓ ਵਿੱਚ। ਇਸੇ ਤਰ੍ਹਾਂ ਜਦੋਂ ਵਿਅਕਤੀ ਕਾਲ ਚੱਕਰ ਤੋਂ ਉੱਪਰ ਉੱਠ ਕੇ
ਅਕਾਲ ਦੇ ਦੇਸ਼ ਵਿੱਚ ਚਲੇ ਜਾਂਦੀ ਹੈ, ਫਿਰ ਉਹਦੇ ਉੱਤੇ ਦੁਨੀਆ ਦਾ ਚਾਹੇ ਸਰੀਰਕ ਦੁੱਖ ਹੈ, ਚਾਹੇ ਰਸਨਾ ਬਾਣੀ ਦਾ ਜਾਂ ਕੋਈ ਹੋਰ ਬਾਹਰੋਂ ਅੰਦਰੋਂ ਆਦਿ ਵਿਆਦੀ ਉਪਾਧੀ ਦਾ ਹੈ। ਗ੍ਰੰਥਾਂ ਵਾਲੇ ਉਹਨੂੰ ਅਧਿਆਤਮਕ ਆਦਿ ਪੂਰਾ ਦੀ ਦੇਵ ਕਹਿ ਦਿੰਦੇ ਆ। ਸਿੱਧੇ ਸ਼ਬਦਾਂ 'ਚ ਮਨਵਣੀ ਸਰੀਰ ਦੇ ਦੁੱਖ ਆ ਗੱਲ ਹੋ ਗਈ ਹੈ, ਤੇ ਉਹ ਗ੍ਰੰਥਕਾਰਾਂ ਦੇ ਕੋਈ ਸ਼ਬਦ ਆਪਣੇ ਬੜੇ ਉੱਚੀ ਧਾਰਨਾ ਦੇ ਅੱਗੇ ਹੁੰਦੇ ਆ, ਗੱਲ ਹੋ ਗਈ ਹੁੰਦੀ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਉਹਨਾਂ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਜਿਵੇਂ ਸ੍ਰੀ ਅਨੰਦ ਸਾਹਿਬ ਆਪਾਂ ਪੜ੍ਹਦੇ ਹਾਂ, ਉਹਦਾ ਮਹਾਤਮ ਲਿਖਿਆ ਨਾ ਬਾਣੀ ਦਾ, ਦੁੱਖ ਸਰੀਰ ਦੇ ਜੰਮਣ ਵਾਲੇ, ਰੋਗ ਮਨ ਦੇ ਹੰਕਾਰ ਆਦਿ, ਸੰਤਾਪ ਜਿਹੜੇ ਵਿਅਕਤੀ ਵਿੱਚ ਸੰਤਾਪ ਪੈਦਾ ਹੁੰਦੇ, ਚਿੰਤਾ ਇਸ ਤਰ੍ਹਾਂ ਦੇ ਹਾਂਜੀ, ਦੁੱਖ ਰੋਗ ਸੰਤਾਪ ਸਾਰੇ ਹੀ ਉਤਰ ਜਾਂਦੇ। ਕਦੋਂ? ਜਦੋਂ ਬਾਣੀ ਗਾਈ ਜਾਂਦੀ ਹੈ, ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ, ਗ੍ਰਹਿਣ ਕੀਤੀ ਜਾਂਦੀ ਹੈ। ਕੱਲਾ ਪਾਠ ਤੱਕ ਨਹੀਂ, ਪਾਠ ਵੀ ਕਰਨਾ, ਫਿਰ ਇਹਨੂੰ ਸਮਝਣਾ ਵੀ ਹੈ, ਵਿਚਾਰ ਕਰਨੀ ਹੈ ਬਾਣੀ ਦੁਆਰਾ ਆਪਣੇ ਮਨ ਦੀ। ਸਾਡਾ ਮਾਨਸਿਕ ਮੰਡਲ ਕਿੱਥੇ ਹੈ? ਬਾਣੀ ਤੱਕ ਹੀ ਵਿਚਾਰਵਾਨਾਂ ਦੀ ਵਿਚਾਰੀ ਹੋਈ, ਇਹਦੇ ਦੁਆਰਾ ਅਸੀਂ ਆਪਣੇ ਜੀਵਨ ਦੀ ਵਿਚਾਰ ਕਰਨੀ ਹੈ ਕਿ ਜੋ ਬਾਣੀ ਕਹਿੰਦੀ ਹੈ ਇਸ ਵਿਚਾਰ ਦੇ ਮੁਤਾਬਕ ਸਾਡਾ ਜੀਵਨ ਹੈ। ਇਹ ਕਮੀ ਹੈ ਜੋ ਬਾਣੀ ਤੋਂ ਸੇਧ ਲੈ ਕੇ ਫਿਰ ਵਿਅਰਥ ਕਰਨੀ ਹੈ। ਸੋ ਇਸ ਵਾਸਤੇ ਫਿਰ ਧਾਰਨ ਵੀ ਕਰਨੀ ਹੈ ਗੁਰੂ ਦੀ ਵਿਚਾਰ, ਤੇ ਜਦੋਂ ਧਾਰਨਾ ਧਿਆਨ ਹੋ ਜਾਵੇ, ਸਮਾਧੀ ਇਕਾਗਰਤਾ ਹੋ ਜਾਏਗੀ, ਤੇ ਨਿਜਾਨੰਦ ਵਿੱਚ ਲੀਨ ਹੋ ਜਾਏਗਾ, ਉਹ ਫਿਰ ਬ੍ਰਹਮ ਦੇਵਤਾ ਪੁਰਸ਼ ਹੋ ਜਾਏਗਾ। ਉਹਦੇ ਅੰਦਰ ਫਿਰ ਬੈਰੀ ਮਿੱਤਰ ਦਾ ਕੋਈ ਭਾਵ ਹੀ ਨਹੀਂ ਰਹੇਗਾ। ਉਹ ਕਹਿੰਦਾ ਉਹਦੇ ਹੁਕਮ ਜੇ ਹੋ ਰਿਹਾ, ਉਹ ਦਵੰਦਾਵਾਦ ਤੋਂ ਮੁਕਤ ਹੋ ਜਾਂਦਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਿੰਨੇ ਦੁੱਖ ਆ ਹਰੀ ਪਰਮੇਸ਼ਰ ਦੇ ਨਾਮ ਨੂੰ ਭੁੱਲਣਾ ਤਿਆਗਣਾ ਆ ਰਹੇ, ਨਾਮ ਨਾ ਜਪਣ ਕਰਕੇ ਦੁੱਖ ਹੈ। ਕਈ ਹੁਣ ਪ੍ਰਸ਼ਨ ਕਰਦੇ ਆ, ਅਸੀਂ ਨਾਮ ਜਪਦੇ ਸਾਨੂੰ ਦੁੱਖ ਹੈ। ਨਾਮ ਤੇ ਜਪਦੇ ਆ, ਹਾਲੇ ਸਾਡੀ ਨਾਮੀ ਨਾਲ ਅਭੇਦਤਾ ਨਹੀਂ ਹੋਈ। ਜਿੰਨਾ ਚਿਰ ਕੋਈ ਸਫਰ ਵਿੱਚ ਆ, ਮਨ ਨੂੰ ਸ਼ਾਂਤੀ ਨਹੀਂ ਨਾ, ਜਿਹੜਾ ਟਿਕਾਣੇ ਤੇ ਆ ਜਾਂਦਾ ਬੇਸ਼ਾਂਤੀ। ਇਸੇ ਤਰ੍ਹਾਂ ਨਾਮ ਤਾਂ ਜਪਦੇ ਆ, ਨਾਮ ਜਪਦੇ ਫਿਰ ਮੰਗਾਂ ਵੀ ਹੈਗੀਆਂ, ਕੋਈ ਦੁੱਧ ਦੀ, ਪੁੱਤ ਦੀ, ਮਾਇਆ ਦੀ, ਪਦਾਰਥਾਂ ਦੀ। ਕਈ ਤਾਂ ਬੜੀ ਹੈ, ਮੇਰਾ ਬੈਰੀ ਮਰ ਜਾਏ, ਮੇਰਾ ਉਹ ਹੋ ਜਾਏ, ਆਹ ਹੋ ਜਾਏ, ਬਹੁਤ ਤਰ੍ਹਾਂ ਦੀਆਂ ਹੈਗੀਆਂ। ਪਰ ਜਦੋਂ ਨਾਮ ਜਪਣਾ ਨਿਸ਼ਕਾਮ ਹੋ ਕੇ, ਫਿਰ ਜਿਹੜੇ ਜੰਮਣ ਮਰਨ ਦਾ ਵੱਡਾ ਦੁੱਖ ਹੈ, ਬਾਕੀ ਤਾਂ ਥੋੜੇ ਥੋੜੇ ਆਉਂਦੇ ਜਾਂਦੇ ਰਹਿੰਦੇ ਆ, ਤੇ ਜਿਹੜਾ ਜੰਮਣ ਮਰਨ ਦਾ ਦੁੱਖ ਹੈ ਸਭ ਨੂੰ ਵੱਡਾ ਮੰਨਿਆ। ਇਹ ਦੁੱਖ ਕਹਿੰਦੇ ਕਿਉਂ ਮਿਲ ਰਿਹਾ ਜੰਮਣ ਮਰਨ ਦਾ? ਜੰਮਣ ਦਾ ਦੁੱਖ ਜਿਹੜੇ ਸਿਆਣੇ ਗ੍ਰੰਥਕਾਰ ਉਹਨੇ ਤਾਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਇਹ 10,000 ਪਿਛੂ ਡੰਗ ਮਾਰੇ ਤੇ ਜੰਮਣ ਵੇਲੇ ਇੰਨਾ ਦੁੱਖ ਹੈ, ਤੇ ਮਰਨ ਵੇਲੇ ਕਹਿੰਦੇ ਵੀ 60,000 ਪਿਛੂ ਡੰਗ ਮਾਰੇ। ਇਹਦਾ ਮਤਲਬ ਕਿ ਭਾਵ ਬਹੁਤ ਵੱਡਾ ਦੁੱਖ ਹੈ। ਇੱਕ ਪਿਛੂ ਕਹਿੰਦੇ ਡੰਗ ਮਾਰੇ, ਉਹ ਪੱਥਰ ਵੀ ਸੰਖਿਆ ਬਣ ਜਾਂਦਾ, ਇੰਨੀ ਜ਼ਹਿਰ ਹੈ। ਤੇ ਮਤਲਬ ਕਿ ਉਹ ਬਹੁਤ ਵੱਡਾ ਦੁੱਖ। ਭਾਰਤੀ ਜੀ ਨੇ ਕਿਹਾ ਆਵਾਜ਼ ਦੁੱਖ ਗਾਵ ਹੈ, ਆਵਾਜ਼ ਜਿਹਨੇ ਬਚਿਆ ਹੀ ਨਹੀਂ ਜਾਂਦਾ, ਉਹ ਦੁੱਖ ਕਿਹਾ ਜੋ ਜਨਮ ਸਮੇਂ ਹੈ, ਜੋ ਮਰਨ ਸਮੇਂ। ਇਸਤਰੀ ਦਾ ਵੀ ਜਨਮ ਦੂਜਾ, ਬਾਲਕ ਦਾ ਵੀ ਦੂਜਾ ਜਨਮ ਹੈ। ਉਸ ਵੇਲੇ ਕਈਆਂ ਨੂੰ ਮ੍ਰਿਤੂ ਆ ਵੀ ਜਾਂਦੀ ਹੈ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਸਾਰੇ ਦੁੱਖ ਕਿਉਂ ਆ ਰਹੇ? ਹਰ ਕੇ ਨਾਮ ਬਿਨਾਂ ਦੁੱਖ, ਹਾਂਜੀ, ਹਰੀ ਪਰਮੇਸ਼ਰ ਦੇ ਨਾਮ ਨੂੰ ਭੁੱਲਣ ਕਰਕੇ ਇਹ ਸਾਰੇ ਦੁੱਖ ਜਿਹੜੇ ਇਹਨੂੰ ਮਿਲ ਰਹੇ, ਉਹਦੇ ਕਰਕੇ ਦੁੱਖ ਪਾਵੇ ਮੈਨੇ ਪਾ ਰਿਹਾ। ਜਿਸ ਤਰ੍ਹਾਂ ਇੱਕ ਨਟ ਬੋਲਟ ਦੀ ਚਾਬੀ ਜੁਦੀ ਹੈ, ਉਸੇ ਨਟ ਨੂੰ ਲੱਗਦੀ ਹੈ, ਉਹਨੂੰ ਫਸ ਰਹੀ ਹੈ, ਉਹਨੂੰ ਖੋਲਦੀ। ਇੱਕ ਚਾਬੀ ਹੁੰਦੀ ਹੈ ਮਾਸਟਰ ਚਾਬੀ, ਤੁਹਾਡੇ ਮਕੈਨਿਕ ਵੀ ਕਈ ਬੈਠੇ ਹੋਣੇ, ਮਾਸਟਰ ਚਾਬੀ ਕਹਿੰਦੇ ਨੇ, ਉਹ ਜੋ ਸਾਰੇ ਰੱਖਣੇ ਜਿਹੇ ਬਣੇ ਹੁੰਦੇ ਆ, ਉਹ ਸਾਰੇ ਨਟਾਂ ਨੂੰ ਲੱਗ ਜਾਂਦੀ। ਇਸ ਤਰ੍ਹਾਂ ਸਾਰੇ ਦੁੱਖਾਂ ਦੀ ਇੱਕ ਤਾਂ ਦਵਾਈਆਂ ਨਾਲ ਜਾਂ ਕੋਈ ਮੰਤਰ ਜੰਤਰ ਤੰਤਰ, ਕਈ ਤਰ੍ਹਾਂ ਦੇ ਰੋਗਾਂ ਦੀ ਨਿਵਰਤੀ ਦੇ ਸਾਧਨ ਹੈ। ਸਭ ਤੋਂ ਪਹਿਲਾਂ ਸਾਡੇ ਜਿਹੜੇ ਰਿਸ਼ੀ ਹੈ ਉਹਨਾਂ ਨੇ ਇਲਾਜ ਮੰਤਰ ਦਾ ਲਿਖਿਆ, ਇਹ ਦੇਵਤਿਆਂ ਦਾ, ਇਹ ਸਤੋਗੁਣੀ ਇਲਾਜ ਹੈ। ਦੂਸਰਾ ਨੰਬਰ
ਦਵਾਈ ਬੂਟੀ ਔਸ਼ਧੀ ਦਾ, ਇਹ ਮਨੁੱਖਾਂ ਦਾ ਰਜੋਗੁਣ ਹੈ। ਤੀਸਰੇ ਨੰਬਰ ਤੇ ਚੀਰ ਪਾੜ ਆ, ਜਿਹਨੂੰ ਆਪਰੇਸ਼ਨ ਵਗੈਰਾ ਕਹਿੰਦੇ ਆ। ਇਹ ਸਾਰਾ ਗੰਦਾ ਮਵਾਦ ਕੱਢ ਕੇ ਟੰਕੇ ਛੰਕੇ ਲਾਏ, ਦਵਾਈ ਦਵਾਈ ਉਹਦੇ ਨਾਲ ਮਲਮ ਪੱਟੀ ਵਗੈਰਾ ਜੋ ਵੀ ਹੈ, ਇਹ ਸਾਧ ਸੰਗਤ ਜੀ ਤਮੋ ਗੁਣੀ ਇਲਾਜ ਹੈ। ਇਹ ਰਾਖਸ਼ਾਂ ਦਾ, ਇਹ ਰਾਖਸ਼ ਹਨ, ਬੜ ਲੋਕਾਂ ਨੂੰ ਮੰਤਰ ਦਾ ਇਲਾਜ, ਪਹਿਲਾਂ ਰਿਸ਼ੀਆਂ ਦੇ ਮੰਤਰਾਂ ਦੇ ਇਲਾਜ ਉਹ ਗ੍ਰੰਥਾਂ ਵਿੱਚ ਹੈ। ਅੱਜ ਵੀ ਮਾਰ ਕੇ ਦੇਖੇ ਹੈ, ਉਹ ਬਹੁਤ ਕਾਮਯਾਬ ਹੈ। ਸੋ ਇਸ ਵਾਸਤੇ ਇਸੇ ਤਰ੍ਹਾਂ ਔਸ਼ਧੀਆਂ ਦੇ ਵੀ ਹੈ, ਇਸੇ ਤਰ੍ਹਾਂ ਆਪਣੇ ਕੀਟ ਪਾੜ ਵਗੈਰਾ ਇਹ ਵੀ ਚਲਾ ਰਿਹਾ ਹੈ। ਅੱਜ ਕੱਲ੍ਹ ਤਾਂ ਭਾਗਾਂ ਵਾਲਾ ਜਿਹੜਾ ਆਪਰੇਸ਼ਨ ਤੋਂ ਬਚਿਆ, ਨਹੀਂ ਤਾਂ ਡਾਕਟਰਾਂ ਦੀ ਮਾਰ ਥੱਲੇ ਆਏ ਜਾਂਦੇ, ਜਦ ਕਿ ਉਹ ਆ ਜਾਂਦੇ ਨੇ, ਚਾਹੇ ਲੀਡਰ ਹੈ ਚਾਹੇ ਕੋਈ ਅਮੀਰ ਗਰੀਬ ਹੈ, ਡਾਕਟਰ ਤਾਂ ਦੇ ਲੋ ਤੇ ਢਾਲ ਕੇ ਕਿਵੇਂ ਕਰਦੇ, ਬੁਰਾ ਹਾਲ ਬਣਾਉਂਦੇ। ਮੁੰਡਾ ਟੈਲੀਵਿਜ਼ਨ ਨਾਲੇ ਦਿਖਾਈ ਜਾਂਦੇ ਤੇ ਦੇਖੀ ਜਦ ਕੀ ਹੋ ਰਿਹਾ, ਠੀਕ ਹੈ। ਪਰ ਜੇ ਗੁਰੂ ਕੇ ਨਿਯਮਾਂ ਵਿੱਚ ਆ ਜਾਈਏ ਤੇ ਫਿਰ ਬਹੁਤ ਬਚਾਅ ਵੀ ਹੋ ਜਾਂਦਾ, ਮਹਾਰਾਜ ਕਿਰਪਾ ਵੀ ਕਰ ਦਿੰਦਾ। ਸੋ ਇਸ ਵਾਸਤੇ ਉਹ ਜਿਹੜੀ ਮਾਸਟਰ ਚਾਬੀ ਹੈ ਉਹ ਕੀ ਹੈ? ਉਹ ਹੈ ਸਰਬ ਰੋਗ ਕੋ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਨ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ, ਜੰਮੂ ਕਸ਼ਮੀਰ ਦਾ ਰਾਜਾ ਪ੍ਰਤਾਪ ਸਿੰਘ, ਉਹਨੂੰ ਭਗੰਦਰ ਦਾ ਰੋਗ ਹੋ ਗਿਆ। ਹੁਣ ਰਾਜਿਆਂ ਕੋਲ ਡਾਕਟਰਾਂ ਹਕੀਮਾਂ ਦੀ ਕੋਈ ਕਮੀ ਤਾਂ ਹੁੰਦੀ ਨਹੀਂ, ਚਲੋ ਗਰੀਬ ਤਾਂ ਕਈ ਵਾਰੀ ਸਾਧਨ ਨਹੀਂ ਜੁੜਦਾ, ਮੌਤ ਦੇ ਮੂੰਹ ਚਲੇ ਜਾਂਦਾ। ਬੜੇ ਲੋਕਾਂ ਕੋਲ ਤਾਂ ਸਾਰੇ ਸਾਧਨ ਹੁੰਦੇ, ਸਾਰੇ ਸਾਧਨ ਕਰਾਏ, ਕਿਤੇ ਆਰਾਮ ਨਹੀਂ ਆਇਆ। ਤੇ ਧੰਨ ਧੰਨ ਬਾਬਾ ਕਰਮ ਸਿੰਘ ਦਾ ਹੋਤੀ ਮੈਦਾਨਾਂ ਦੀ ਮਹਿਮਾ ਸੁਣੀ, ਉੱਥੇ ਆ ਗਿਆ, ਬੇਨਤੀ ਭੇਜੀ ਕਿ ਜੰਮੂ ਕਸ਼ਮੀਰ ਦਾ ਰਾਜਾ ਦਰਸ਼ਨ ਲਿਆ। ਮਹਾਂਪੁਰ ਕਹਿੰਦੇ ਸਾਡਾ ਰਾਜਿਆਂ ਨਾਲ ਕੀ ਪ੍ਰਯੋਜਨ ਹੈ, ਅਸੀਂ ਫਕੀਰ ਲੋਕ ਹਾਂ। ਕਹਿੰਦੇ ਮਾਰਾ ਰਾਜਾ ਬਣ ਕੇ ਹੀ ਦੁਖੀ ਹੈ, ਦੀਨ ਹੋ ਕੇ ਬੇਨਤੀ ਕਰਨ ਲਈ ਆਇਆ। ਸੰਗਤ ਨੇ ਬੇਨਤੀ ਕੀਤੀ, ਫਿਰ ਇਜਾਜ਼ਤ ਮਿਲੀ। ਬੇਨਤੀ ਕੀਤੀ, ਮਾਰਾ ਭਗੰਦਰ ਦਾ ਹੋ ਗਿਆ, ਬੜੇ ਇਲਾਜ ਕੀਤੇ ਆ ਤੇ ਹੁਣ ਤਾਂ ਗੁਰੂ ਨਾਨਕ ਦਾ ਘਰ ਜਾਣ ਕੇ ਇੱਥੇ ਢਹਿ ਪਏ ਆ। ਮੇਲ ਲਿਓ ਦਿਆਲ ਢਹਿ ਪਏ, ਦੁਆਰਿਆ ਰੱਖ ਲਿਓ ਦੀਨ ਦਿਆਲ। ਭਰਮਤ ਉਹ ਹਾਰਿਆ, ਭਗਤ ਵਿਸਲ ਤੇਰਾ ਗਿਰਦਾਰ ਪਤਤ ਵਧਾਰਿਆ। ਤੁਧ ਬਿਨ ਨਾਹੀ ਕੋਈ ਬਿਨ ਹੋਏ ਸਾਰਿਆ, ਕਰ ਗਿਆ ਲਿਓ ਦਿਆਲ ਸਾਗਰ ਸੰਸਾਰਿਆ। ਹੁਣ ਪ੍ਰਚਾਰ ਹੋ ਰਿਹਾ ਕਿ ਜਿਹੜੇ ਫੌਜ ਵਾਲੇ ਸੰਤ ਹੈ ਅੰਗਰੇਜ਼ਾਂ ਨੇ ਪੈਦਾ ਕੀਤੇ ਸੀ, ਉਹਨੇ ਕਦੀ ਸੋਚਿਆ ਨਹੀਂ ਕਿ ਧੰਨ ਧੰਨ ਬਾਬਾ ਕਰਮ ਸਿੰਘ ਦਾ ਜਨਮ ਬਾਬਾ ਸਾਹਿਬ ਨੇ ਬੇਦੀ ਦੇ ਵਚਨਾਂ ਨਾਲ ਹੋਇਆ। ਬੋਲੇ ਸਿੱਖ ਰਾਜ, ਔਰ 1844 ਵਿੱਚ ਸਿੱਖ ਰਾਜ ਭਰਤੀ ਹੋਏ। 1849 ਵਿੱਚ ਸਿੱਖ ਰਾਜ ਆਪਣੀ ਫੁੱਟ ਨਾਲ ਗਿਆ। ਜਿੰਨੇ ਯੁੱਧ ਹੋਏ ਧਰਮ ਯੁੱਧ, ਸਾਰਿਆਂ ਦੇ ਬਾਬਾ ਕਰਮ ਸਿੰਘ ਜੂਝੇ ਆ। ਗੱਜ ਕੇ ਬੋਲੋ। ਕੋਈ ਇਤਿਹਾਸ ਪੜ੍ਹਨਾ ਨਹੀਂ, ਸੁਣਨਾ ਨਹੀਂ, ਕਰਨਾ ਨਹੀਂ, ਤੇ ਜੂ ਮੂੰਹ ਆਉਂਦਾ ਉਹ ਹੀ ਬਕੜਵਾਦ ਕਰੀ ਜਾਂਦੇ ਆ। ਸੋ ਸਾਧ ਸੰਗਤ ਜੀ, ਹੁਣ ਜੰਮੂ ਕਸ਼ਮੀਰ ਦਾ ਰਾਜਾ ਗੋਰਾ ਕਿਸੇ ਨੂੰ ਸੰਤ ਬਣਾ ਸਕਦਾ ਜਾਂ ਕੋਈ ਸਰਕਾਰ ਲੀਡਰ ਸੰਤ ਬਣਾ ਸਕਦਾ? ਸੰਤ ਬਣਾਉਂਦੀ ਹੈ ਗੁਰੂ ਸਾਹਿਬ ਦੀ ਬਾਣੀ। ਜੇ ਗੋਰਿਆਂ ਨੇ ਸੰਤ ਬਣਾਇਆ, ਪਦਵੀ ਦੇ ਦਿੱਤੀ, ਤੇ ਫਿਰ ਇਹ ਜਿਹੜੇ ਰਾਜੇ ਆ ਕੇ ਉਹਨਾਂ ਕੋਲ ਨੱਕ ਕਿਉਂ ਰਗੜ ਰਹੇ ਆ? ਪਦਵੀ ਤਾਂ ਕੋਈ ਦੇ ਦੂਗਾ ਕਿਸੇ ਨੂੰ ਸੰਤ ਦੀ, ਸੰਤ ਪਦਵੀ ਨਹੀਂ, ਸੰਤ ਪਦ ਬਖਸ਼ਿਸ਼ ਨਾ ਮਿਲਦਾ। ਨਿਰੰਕਾਰ ਦੀ ਕਿਰਪਾ ਨਾਲ ਇਹਦਾ ਗੁਰਬਾਣੀ ਜਿਹੜੀ ਕਮਾਈ ਕਰਦਾ ਉਹਨੂੰ ਇਹ ਬਖਸ਼ਾਂ ਮਿਲਦੀਆਂ, ਗੁਰੂ ਦੀ ਕਸਵੱਟੀ ਤੇ ਪੂਰਾ ਉਤਰਦਾ। ਸੋ ਸਾਧ ਸੰਗਤ ਜੀ, ਹੁਣ ਉਹ ਰਾਜਾ ਆਇਆ, ਦੁਖੀ ਹੋਇਆ, ਰਾਜ ਪੇਰੇ ਘੁੰਮ ਘੁਮਾ ਕੇ, ਤੇ ਮਹਾਂਪੁਰਖਾਂ ਨੇ ਕੀ ਕਿਹਾ? ਉਹ ਮਾਘ ਦਾ ਮਹੀਨਾ ਸੀ ਫਰਵਰੀ ਦਾ, ਕਹਿੰਦੇ ਰਾਜੇ ਨੂੰ ਕਹੋ ਕਿ ਪਹਿਲਾਂ ਇਹਦਾ ਇਸ਼ਨਾਨ ਕਰਾਓ 101 ਗਾਗਰ ਠੰਡੇ ਪਾਣੀ ਦੇ ਨਾਲ। ਇਸ਼ਨਾਨ ਤੋਂ ਬਾਅਦ ਇਹਨੂੰ ਫਿਰ ਮਿਸਰੀ ਪਾ ਕੇ ਦਹੀਂ ਖਿਲਾਉਣਾ ਤੇ ਚੰਦ ਦੀ ਚਾਨਣੀ 'ਚ ਰੱਖੀ ਹੋਈ ਮੂਲੀ ਖਿਲਾਉਣੀ। ਉਹ ਕਹਿੰਦੇ ਆ ਸਾਰੇ ਇੱਕ ਪਾਸੇ ਆ,
कि नहीं भी मरिया तो तां भी मरूगा। गल के बोलो जे महीना को अगला होवे। हुण जिहड़े प्रेमी रोज कौतक देखदे आ वो कहंदे भाई जो हुक्म हो गया मनो। राजा भी पहला तो झिझ के भी आ की हो गया, चंगा संत को ध्यान दियो, तो चंगा बड़ी लगे देन कि बेपरवाह लोग क्या कि जे उन्हें अंग्रेजों का बनाया तो फिर वो राजे मोहरे पहला पाँदा फिरदा सरकारी संत होंदा। ये संत सी बख्शिश वाला भाई दयाल सिंह जी टकसाल का सेवादार सी, पंजां पैरों की टकसाल आ। सो साध संगत जी ते जिस वेले फिर कहते भी हुक्म मनो। हुण हुक्म मनिया हुआ फरमान का खात्मे का महल पाए सी, चौंकी दे बहाल लिया, बासर ला लै ते हुण राजपुण का चढ़ना पैना सी ना राजमाता। ते जिस वेले फिर 21 गागरां ठंडे जल दियां पाइयां ते साध सिंह कहंदा जी मैनूं गर्मी बहुत लगदी है, दही दिओ मिसरी पा के। कहंदे हाले पूरियां तो कर लैंदे ने 101 ते हुण तो 100 करके ही ते मूली खाण नूं मंगी ते सारे रोग की निवृत्ति हो गई। ये अंग्रेजों के बनाए संत इहो जिहा काम करते हैं। अज जलाजन पिंड है लुधियाना जिले च, उत्थे सूबेदार सी ते बच्चा ना सुनदा ते उन्होंने होती मर्दां नूं चिट्ठी लिख दी कि महाराज साडे बच्चा ने कृपा करो पुत्र हो जाए। उसले लिफाफा खोलिया, महापुरख बड़े हसे कि कमाल की गल है कि हुण तां लोग इत्थे आके भी बेनती करन जोगे नहीं रह गए कि चिट्ठियां ने पुत मंगदे। कहंदे भी गुरु नानक दा घर आ, कानून निराश करना, चिट्ठी लिख दिओ, महाराज कृपा करेगा। वो डेट महीना दिन वार लिख के भेजता। साल पिछों बचा होया। हुण वो भैणां 4 सीआं, कोई उधर घड़ीसे कोई उधर पिछे, मेरा पीर है कोई लत्त खिचे कोई बांह खिचे, और बच्चियां दे अंदर वो हुण कहंदे चलो मत्था टेकाउण जाइए। मत्था टेकाउण चल गए। जिस वेले गए तो कहंदे महाराज फिर असीं लुधियाने जिले चों आए हैं ते चिट्ठी पाई सी। आप जी ने जवाबी उत्तर दे दिता कि महाराज गुरु नानक कृपा गुरु भली गल सी, भला हो जासी। उहदे पुलट वाली बोली सी कि महाराज ने कृपा की, मत्था टेकाउण आए हैं। कहंदे महाराज ये तो कृपा हो गई ते हुण भैणां इहदियां 3 हो गया। वो खिचा कोई बहुत न्याणे की करदियां। कहंदे चलो गुरु नानक 3 होर दे दूगा, आपो अपने कढ़ाई जाण। उन्हां दी पीढ़ी हले चलदी है, वो संगत साडे कोल आउंदी है। ते अंग्रेजां दे बनाए संत इस तरह आशीर्वादां दे देणगे। एवं छोटे मूँह नाल बड़ी बड़ियां गल्लां करी जाणियां, किसी दी संगत नहीं करनी, कोई इतिहास नहीं पढ़ना। सोचना चाहिए, लोगों को निशर्द करी जाना फजूल गल्लां कर करके। सतगुर सच्चे पातशाह 1857 का जो गदर आया है जी, तो महापुरख 580 भी लगाया उत्थे। अंग्रेजों ने अपनी दहशत पाने लई लगातार लुट का हुक्म दिता फौजियों। सारे लुट रहे सी, माला माल होइए। एक ये महापुरख सी अपनी फौज की गार्ड लैके लोगों दी कुड़ियां दी इज्जत बचा रहा सी, अगां बुझा रहा सी, पूरियां दी बुकड़ा मार मार के। एक घर गया बहुत बड़ा पठाना का घर, तो उत्थे बंदूक लैके महाराज आप खड़े, बाबा करम सिंह साहब गार्ड उन्हां दी नाल फौजी। वो पठान देख के लाल पीढ़ी आखा मेरे घर में कौन खड़ा। उत्थे सतर सी, लड़कियां पढ़दे सी। जिहड़े अंदर गया पूछा भी एक सरदार किवें खड़े, कहंदे इन्हां दी किरपा ने इज्जत बची, असीं रोंदियां सी साडी इज्जत बर्बाद ना हो। वो फिर सोने का थाल सोने दी मोहरां नाल भर के लिया हीरियां नाल। कहंदे जी हुंदा तां चूहे लुटदे, असीं भी लुट सकदे सी। उत्थे भी सलोक पढ़िया कबीर लूटना है तो लूट लै, आराम नाल मैं लूट, फिर पाछे पछतावे जो प्राण जाएंगे छूट। सारे फौजियों ने छुट्टी दी सरकार ने। लोग आए फौजी माला माल, कल ना तू की लिया पिंड कट्ठे हो गए। कहते मैं जींदा आ गया, कई शहीद भी हो गए, कईयां दे अंग भंग हो गए युद्धां विच।
कि मैनू किसी ने आया नहीं जी आया नहीं। उत्थों उन्होंने मन जो बराग होया वो फिर भजन च रहन लग पिया। 24 घंटे सिमरन करते रहना। एक दिन वो ड्यूटी से गए ना, सिमरन समाधि ध्यान स्थित हो गए, देश काल तो अवस्था उपर हो जाती है। तुम करके देख लो। साध संगत जी फिर 10वें पातशाह ने कहा ये तो हम मेरे आराधन च लगे। महाराज ने उन्होंने स्वरूप धार के आप बंदूक फड़ के पहरा दिता। जिस वेले गया कि साहब हाजरी, कहते तुहाडी हाजरी लगी हुई है, मैं आप हाजरी लाई, तुसीं हाजिर हैं। कहते मैं तो आया नहीं। हाँ जी, उसले कहते महाराज 10वें पातशाह प्रभु आप पहरेदार हो गए। कहते मेरा नाम कट दो। कहते तुहाडियां ड्यूटियां भी नाम नहीं कटना। कहते साडा गोरिया तेरे रिकॉर्ड च ना ही है नहीं। वो मेरे टिछाउणी में सारे कागज पए। अज भी बाबा करम सिंह के नाम से फौज चल रही है। जिथे जाते हैं उन्होंने नाम का गुरुद्वारा बनाते हैं और जोड़े जकारा छड़ते हैं बोल बाबा करम सिंह तेरे नाम की है। हाले भी फौज उन्होंने नाम से चलती है। इतिहास पढ़ो, अभी उन्होंने फौजा जाके मिले हैं, उन्होंने हाले भी रवायत अज तक उस महापुरख के नाम की उन्होंने मन च इन्नी श्रद्धा। इस करके गुरमुख प्यारिओ अज लोगों ने निंदिया का ही पक्ष लै लिया। वो जिमें कोई राजा सी, वो राणी बड़ी मनमुख सी, वो संतां को लैके गया इन्हूं सिक्ख्या दो। वो संत कहण लगा मक्की का खेत है कि छली चंगी ये तोड़ के लिया। वो आ नहीं चंगी, आ नहीं चंगी, सारा खेत लंघ गई। बस कहते तेरी उम्र भी एवं लंघ जानी। आ नहीं चंगा करते उम्र बीत जानी है। पल्ले इन्हां लोगों के कुछ भी नहीं पैना। संसार से सारा कुछ बुरा ही, चंगा भी बहुत है, पर इन्होंने लोगों ने बुरा ही देखना सीखा, चंगा देखना नहीं सीखा। सतगुरु सच्चे पातशाह समत दिंदे है। फिर वो जिहड़े इलाके च रहे, तालबना का इलाका, इस इलाके च बैठे सी और सारे हिंदू सिख उन्हां दी शरण सी। और नवाब उत्थे दा अब्दुल गफार खां महापुरखां दा साधक सी। और उस नवाब की किरपा नाल हाले भी उत्थे सिख ते हिंदू बैठे हैं। पाकिस्तान बनया, सारे आ गए, उन्हें जान नहीं देते। असीं यात्रा च उत्थे गए हैं, महापुरखां के स्थान से भी नमस्कार करन नवाब साहब के घर गए हैं। उन्होंने नौकरां ने हत्थां ते चुक लिया। अज भी उन्होंने मन च इन्नी श्रद्धा और अपने शहर के विच गुरुद्वारा बनवाया नवाब साहब ने। और 500 एकड़ जमीन छड़ी हुई सी डेरे में। क्या सारा महाराज तुहाडी विरासत है। जिथे मर्जी महापुरखां दे जीवन पढ़ के देखिए, फिर पता लगता कि उन्होंने लोगों दी कमाइयां किनियां कीतियां। ते जिहनी चीची उंगल नूं खून लाया वो बड़े बने फिरदे। वो सिख राज के चारे जंगां विच शामिल रहे। कि बाबा वीर सिंह इसे संप्रदाय के खालसा राज बचाउण लई 13,000 सिपाही शहीद होया। बाबा महाराज सिंह ये खालसा राज बचाउण सिंगापुर दीयां काल कोठड़ियां हैं जी 1856 में शहीद होया ते 57 के गदर बाद होए। सो कहण तो भाव महापुरखां दे जीवन पढ़ो कि किन्नियां किन्नियां कमाइयां कीतियां। उन्हां दे जीवन जिहड़े कि फौज विच संत होए। कोई सरकार संत बना सकदी किसे नूं? संत बनाउंदी है गुरु ग्रंथ साहिब दी बाणी। जिहनी दी कमाई कीती है वो संत बनदा। जे इन्हां दा बनाया संत बन जाए फिर तो सरकारां जिन्हों मर्जी संत बना लैन। उत्थे इंडिया चो संत बनाउण गए, उन्होंने अपने धर्म च हुण तक किन्ने क संत पैदा कीते। सारी दुनिया च उन्हां दा राज सी। फिर बाबा अतर सिंह महाराज मस्त होने वाले, जिस वेले जार्ज पंजम इंडिया गया, जार्ज पंजम जिहदे राज सूरज नहीं सी चुभदा, कि महाराजा पटियाला नाभा वाले बेनती करके लगा 365 राजा बैठे है। सारे उठ के खड़े स्वागत लई महापुरख बैठे रहे। कहन लगे कहते सिखां दे पादरी है। उन्हें हैड ला के सलूट किया, कहते तो साडे जीसा जी है। फिर जुलूस निकलना सी, महापुरख ने हाथी मंगवाया, गुरु ग्रंथ प्रकाश कीते, आप ताबिया बैठे, जिहड़े ताजपोशी हुई है। उसने फिर महाराज नूं नोट मत्था टेकिया। वो नोट साडे को मौजूद है, जिहड़ा जार्ज पंजम ने धन धन बाबा अतर सिंह जी महाराज मस्कून ने मत्था टेकिया।
वो नोट साढ़े को मौजूद है, सुल्तानपुर जद मर्जी दर्शन कर सकते हैं। साध संगत जी फिर शब्द कीर्तन होया ते शब्द पढ़िया को हर समाने राजा ये भूपत सब दिवस चाल के झूठे कर दरवाजा। ते महाराजा ने बेनती की, महाराज ये केड़ा शब्द पढ़िया? ते पटियालीए राजे जां नाभे वाले ने ट्रांसलेट करके अंग्रेजी दसिया। उसने कहा वाकई ये राज का 4 दिन का उस अकाल पुरख का राज सदा रहिंदा। फिर काशी दे विच विश्व विद्यालय संस्कृत यूनिवर्सिटी का नींह पत्थर रखना सी कि हिंदू मत के बड़े बड़े मठां धीश नहीं है, मंडलेश्वर नहीं है, शंकराचार्य नहीं। उस वेले मदन मोहन मालवीया जिहड़ा सी ना आर्य समाज का लीडर, उन्हें कहा केड़ा संत? फिर बाबा अतर सिंह महाराज के निगाह गई। उन्होंने बेनती थोड़ी तेजा सिंह WMA द्वारा की। उत्थे महाराज गए, अखंड पाठ सब होया, भोग पिया, कीर्तन होया, अब्बल अल्लाह नूर पाया कुदरत के सब बंदे। सोने दियां इटां ते संत महाराज ने 5 प्यारिਆਂ द्वारा काशी विच जिहड़ा संस्कृत विश्व विद्यालय उहदा नींह पत्थर रखिया। ते गल्लां अज वो करदे आप ने दे गुरु पर पानी ते निंदे जे गंगा आनी। महापुरखां दा इतिहास पढ़ो, उन्हां लोकां दीयां कमाईयां की है। 125 जपजी साहब करोहे रावलपिंडी तपस्या की है, बलूनी सब्जी एक कौली खा के। वो पोथियां साढ़े को मौजूद है सांचियां, जिन्हां ते एक चौंकड़े उन्होंने महाराज का पाठ करके उठे। तो इस करके महापुरखों की जिहड़ी कमाई आ उन्हां दा अपना स्थान है। जे कोई बकड़बाज करदा उन्हां दी शख्सियत नूं की घटा सकदा? चंद नूं थुकेगा अपने ते पैंदा, आकाश नूं तीर मारूगा आकाश बहनो हो जू। अगे वो बेदड़ है, अगे वो आदम है, बाहेदड़ जान वो बाउण वाले नूं पऊगा। धूड़ सिटोगे चंद नूं अपने मूँह ते पैणी। जिहड़े महापुरखों की निंदिया करते हैं वो धूड़ उन्हां दे मूँह ते पैंदी, उन्हां दा कुछ नहीं बिगड़दा। ਉਹਦਾ ਜਿੱਥੇ ਪਹੁੰਚਣਾ ਪਹੁੰਚ ਗਿਆ। ਫਿਰ 1927-28 ਵਿੱਚ ਚਲੇ ਗਿਆ। ਅਸੀਂ ਦੇਖੋ ਜਿਹੜੇ ਹੋ ਚੁੱਕੇ ਉਹਨਾਂ ਨੇ ਬਖਸ਼ ਦੇ। ਮੈਂ ਇਹਨਾਂ ਨੂੰ ਕਹਿਣਾ ਕਿ ਤੁਹਾਡਾ ਕੋਈ ਜ਼ਮੀਨ ਦਾ ਬੰਨਾ ਰਲਿਆ, ਪਟਵਾਰੀ ਗਦਾਵਰ ਲੈ ਉਹ ਕਢਾ ਦਈਏ, ਕੋਈ ਬੈਂਕ ਬੈਲੈਂਸ ਦਾ ਝਗੜਾ ਉਹ ਤੁਹਾਡਾ ਕੱਢ ਦਈਏ। ਆਸੇ ਪਾਸੇ ਗੱਲਾਂ ਕਰਨ ਦਾ ਕੀ ਫਾਇਦਾ? ਜੇ ਤਾਂ ਉਹਨਾਂ ਨੂੰ ਕੋਈ ਬਾਦ ਵਿਵਾਦ ਹੈ, ਤੁਹਾਡੀ ਉਹਨੀ ਜ਼ਮੀਨ ਲੱਭੀ ਸੀ, ਤੁਹਾਡਾ ਕੀਤਾ ਸੀ, ਤੇ ਫਿਰ ਕਢਾ ਦਈਏ ਬੰਨਾ ਲੈ ਕੇ ਪਟਵਾਰੀ ਨੂੰ। ਜਿਨ੍ਹਾਂ ਨਾਲ ਆਪਣਾ ਕੋਈ ਮਤਲਬ ਨਹੀਂ, ਕੋਈ ਮਹਿਨਾ ਨਹੀਂ, ਇਸ ਤਰ੍ਹਾਂ ਆਲੋਚਨਾ ਕਰਦੇ ਆ। ਜਿਨ੍ਹਾਂ ਨੇ ਗੁਰੂ ਘਰ ਪੰਥ ਦੀ ਸੇਵਾ ਨਿੱਘਰ ਤੌਰ ਤੇ ਕੀਤੀ। ਮਹਾਰਾਜ ਰਣਜੀਤ ਸਿੰਘ ਤੋਂ ਬਾਅਦ 1 ਕਰੋੜ ਸਿੱਖ ਤੋਂ 20 ਲੱਖ ਸਿੱਖ ਰਹਿ ਗਏ ਸੀ। ਇਹ ਅਕਾਲ ਪੁਰਖ ਨੇ ਸ਼ਖਸੀਅਤਾਂ ਭੇਜੀਆਂ ਜਿਨ੍ਹਾਂ ਨੇ ਥਾਂ ਥਾਂ ਸਿੱਖੀ ਦਾ ਪ੍ਰਚਾਰ ਕਰਕੇ ਸਿੱਖੀ ਫੇਰ ਸਰਸਬਜ਼ੀ ਕੀਤੀ ਸੀ। ਇਹਨਾਂ ਸ਼ਖਸੀਅਤਾਂ ਨੇ बाबा आनंद पुछों वाले धन धन बाबा करम सिंह, बाबा महाराज सिंह, बाबा वीर सिंह, ये शख्सियतां श्रीमान सांधवा सुंदर भिंडरां वाले महापुरख, बाबा अतर रेरू साहब वाले ये गल्लां करदे स्टेजां ते बह के साडे साध हल भी आप पाउंदे रहे। बाबा अतर सिंह महाराज नूं बाबा करम सिंह के स्थान की सेवा कहंदे महाराज मेरे गोखे की तलाई नूं खरीदने बजाए ते हल वाह के गुरु नानक दा लंगर चलाउणा और सारी जिंदगी हल पाउंदे रहे। संत नसलपुर वाले को अं जाते रहे, घरे आप हल पाते सी, घर के अंदर लंगर चलाते सी। साडे डेरे सारे खेती आप करते। ये कहते धर्म की बेलड़ खाते हैं। क्या फौज वाले तुहाडा किहड़ा हल पाते हैं? फौज नूं होवे तुहानूं लुट के लै जाण जुर्माने। डॉक्टर भी तकड़ी नहीं तोलते। डॉक्टरों तुसीं बीमार होवोगे, तंदुरुस्त होवोगे, किवें दिहाड़ियां लाओगे? फिर उस पुलिस वाले ना हो अंतरराष्ट्रीय तौर करके कमाया भी लुट के लै जाणगे। फिर साधु विद्वान ना हो, तुहानूं बुराई ना सुण, नशे पत्ते कमाया धन भी फजूल कामां च रुड़ जाऊगा। हर एक दी अपनी धर्म की किरत हुंदी है जिथे कोई हैगा। इस करके साध संगत जी सतगुर सच्चे पातशाह किरपा करके समर्थ दिंदे। ये गल्लां क्यों करदे है? अपने भले नाम ते है नहीं। सिर्फ गल्लां जदों नाम नाल सुरती व्यक्ति जुड़ जाती है वो फिर नाम जपण वालियां दा सत्कार करता।
शराबियां कबाबियां ने जाफियां पा फिरते हैं, सोफियां से बह बह के हेड़ हेड़ करके गंद पिल खाने हैं, कुत्ते पिले कुछड़ चकी फिरते हैं। पर जेडे बंदगी वाले उन्होंने अं निंदा करते हैं, क्योंकि खोटे को खरा करे खरा सार न जाना। अंधे का नाम पालतू कली काल बढ़ाने काल युग के लक्षण है। तिलत का नाम चौधरी। इस करके सन ऐसी विपरीत बुद्धि हुई है जिन्होंने महापुरुषों ने साडी कौम एक सिक्खी के बाग में सर सब्ज रखा। अज उन्होंने आलोचना करनी शुरू करती हुई टकसालां संप्रदावां चलियां आ रही, जिन्होंने हुण तक आ विरसा संभाल रहे। आ गुरु ग्रंथ साहिब मंगल बद रहे सी, जे पिछे संत समाज ना हुंदा ते गुरु ग्रंथ साहिब इस रूप तो दर्शन नहीं सी होने। तेजा हम तसौड़ीए बीबी निरंजन कौर ने कोरस नाम दी पोथियां बनाता सी, ते मगर जिहड़ा महापुरखां दा समाज खड़ा ना उहदी देन है। इस करके सच्चे पातशाह समाधन दे किन्ने दुख पैदा हो रहे, कष्ट हो रहा कौम, किन्ना बाल विवाद छिड़िया जा रहा, ये नाम की घाट है। जिहड़ा नाम जपण वाला उहदी तां दृष्टि इन्नी महान बन जाती है। कईदा बुरे दा भला कर, गुस्सा मन ना हटाए, बेही रोग ना लगी पल्ले, सब कुछ पाए पीरा अपन बुरा मिटावे, ताहू बुरा निगत नहीं आलू। तो वास्ते बहुत उची हो जाती है कि गल्लां बातां तो वही लोग करते हैं जिन्हां दे पल्ले कुछ नहीं। पातशाह कृपा करके समत दिंदे हन, भगत बिना सहसा नह चूकै। जिन्हां च भगती श्रद्धा वाला पक्ष नहीं आउंदा ते गुरु दी शरण जी आउंदा। मन दे जिहड़े संसे प्रमाण गात्या परमेघ गात्या बपरजे हन, ये निवृत्त नहीं हुंदे हन। गुरु भेद बतावे, ये संशय की निवृत्ति करके व्यक्ति नूं आत्माकार बनाउणा। इसका भेद जिहड़ा राज है पूरा गुरु दसदा। जाऊं तू बख्शे होए जिहड़े महापुरख आ इन्हां नुकतिआं नूं समझाउंदे हन। इस्लाम दे के गरीब निवास सच्चे पातशाह कृपा करदे हन। कहा भयो तीर्थ व्रत कीए, की होया जे तीर्थां दी यात्रा भी कर लई, व्रत आदि कोई रख लिया, राम शरण नहीं आवे। बाकी जिन्ने मर्जी पुण्य कर्म कर लिया जान, रमे हुए राम रमंती रामा जो व्यापक परमेश्वर है, जिसकी शरण विच नहीं आउंदा है। जोग जग निष्फल तिह मानो, चाहे जोग कर लिया जग कर लिया सारे दे सारे निष्फल मनो। जिवें एका ना लाइए ना, सिवरियां की कोई वैल्यू नहीं, कीमत नहीं। जे एका लग जाए तो सिवरे की भी कीमत बन जाती है। ये जिन्ने भी कर्म है जे तां नाल नाम जपीए ये भी बरकत वाले बन जाते हैं। जे नाम ना जपीए ते सिवरियां दी न्याय है। इस करके हजूर पातशाह समत दिंदे हन। जो प्रभ जस बिसरावे, जिहड़ा प्रभु दे जस महिमा वडियाई नूं भला दिंदा। हुण निंदिया चुगली दा ज्यादा करदे, प्रभु दा जस घट करदे, वो तां नहीं करदे। हुण इन्हां नूं पुछो कि संगत करिए की चोरां दी करिए, डाकुआं दी करिए, बदमाशां दी करिए, जे नाम जपण वाला दी नहीं करना। सारा ये नहीं है कि सारा कुछ बुरा है। ये जिदन का संसार इउं ही चली जाता नैगेटिव पॉजिटिव। असंत भी है, संत भी है, ये भी सारे असंत ही हो गए। संत भी है, महापुरुष भी है। असीं समाज में रहने, साडे जी उत्ते 2 डॉक्टर है, उन्होंने लड़के नूं पीलिया हो गया। सारे पंजाब के डॉक्टरों को घूमे घुमाए, आप भी डॉक्टर है। फिर बड़ा तो चंडीगढ़ है, की नाम है PGI जरा उत्थे लगा 25 लाख रुपया लवाता। कहते 45 लाख लगेगा तो गारंटी एक बच्चा उन्होंने वो पे चाचा भी डॉक्टर है। वो कहते हम बचना तो है नहीं, पैसे इन्ने फंडा कितों दीजिए। वो चौके लाया तो उत्थे आ गए। तो साढ़े कोई प्यार वाले महापुरख है, अदासी महापुरख, तो मैं क्या उत्थे चले जाओ, महाराज कृपा करेगा। वो संतां ने नुक्शा लिखा, मैंने चीज़ां लिया दिओ, 62,000 रुपया लगूगा अजरबेद दी दवाइयां। कहते गारंटी, कहते 25 लाख से 45 दी थी, सातों गारंटी 62,000 की मंगी जाने। तो मैं तो कोई लेना देना नहीं, मैंने चीज़ां लिया, मैं तो बना के दवाई लेनी है। हाँ जी, वो दवाई लिया, वो कहते भी आ दवाई ठीक नहीं, दोबारा लियाओ। वो दवाई तैयार की, हुण मुंडा घोड़े वर्गा। असीं संत समाज रहने हैं, हाले भी इन्हां विच बड़ बड़ियां शख्सियतां बैठीਆਂ।
आयुर्वेद के, ज्योतिष के, वेदांत के, गुरबाणी के विद्वान बहुत बैठे, परे ते परे है, अध्यात्मवादी भी है, महापुरुषों दी सेवा लगियां हुई। तो कहण तो भाव हुण वो जिहड़े बंदे आ वो हुण रोजाना जाते हैं। साडा ही मुंडा विचार तो कहते असीं नहीं बचाया, बचाउणा तां मालक ही है, सानू जिन्नी बुद्धि दित्ती उहदे मुताबिक सेवा निभा दित्ती है। तो इस करके साध संगत जी ये जिहड़ा संत समाज आ, बुद्ध मंगल में संत समाजू जो जंगम तीर्थ राजू, एक जड़ तीर्थ है उत्थे जाओगे फिर ये जंगम तीर्थ है, फिर तुर के समाज नूं सुशिक्षित करते। सो इस करके गुरु महाराज कृपा करते हैं, जां तां वो आप सांसियां दे व्यक्ति जां फिर गुरु जां गुरु के प्यारिਆਂ ਤੋਂ रब के मिलन का भेद जिहड़ा राज प्राप्त हुंदा है। तीर्थ कर लो, वर्त कर लो, जग कर लो, जो कर लो, जिन्ना चਿਰ नाम की कमाई नहीं अधूरा। जे नाल नाम जपिया जाए इन्हां दी बरकत पै जांदी है। मान मोह दोनों को परहर, एक मान है ते दूजा मोह। मोह के अधीन होए धृतराष्ट्र ने पांडवां दा हक खोया। कृष्ण बाहर भी जाते रहे, विदुर जी भी समझाते, कहते समझदा मैं भी है कि मेरे पुत जिहड़े कुकर्मी है, पर मोह नहीं छड्डदा। वो कहते जे मोह त्याग देवे ना सारा कुछ बच जाऊगा, पर मोह त्यागिया नहीं, 18 पुणियां कप गई। ते मान दुर्योधन मानी बहुत सी, जिले तुरिया ना दिल्ली तो 12 योजन छत्र चलत दे ही गिरजन। वो योजन होंदा 4 को 12 चौके नहीं बन गए 48। दिल्ली तो सीधा 48 को कुरुक्षेत्र का जिथे जंग होया, इन्ना मानी उत्थे छत्र झुलते आए। उहदे 10वें पातशाह भी दसदे दामन दुर्योधन से मानधारी बहुत मानी सी। ते बाद विच वो मानी हुण कृष्ण महाराज आए हंकारी, इन्ना मानी तवेले च जा वड़े। आस्ती दे भरम बै भूला श्री भगवान ना जानिया, श्री भगवान नहीं जानिया, उन्हां दी जिद सुंघदा रहा जाके। तुमरो दूध दे को पानो, सो अमृत कर मैं मानिया। गुण गावत रहन बयानी वाले शब्द लिखे है कि बाद दे लो की हाल होई ओदी। गिर जान ओदा मास खादा जां बजरदा ही गिर जान ना खादा। ये गुरबाणी के दृष्टांत प्रमाण है मानी दी ये हाल हुई। धृतराष्ट्र के ना महाराज आखा ये पांडव तेरे पुत्र है, तेरे हुक्म च रहणगे, तू मनिया नहीं, पर चले गया उत्थे 7 रोज उधर चले गया। मगर तेरे जी समझाउण गए नहीं मुड़िया, महाराज भी गए, अग लगे जंगल नूं बेचे घर नूं। ये मोह ते मान दे प्रसंग जिहड़े आ इन्हां ने किथे तक पहुंचाया। सीता का मोह कीता ते रावण की दुर्दशा की हुई है। मान इन्ना हंकारी सी, झुकिया नहीं। फकीर कहते रहे बड़े लोग बख्श देंदे होंदे आ खेमा मंगला, वो दे लो 1 लाख कूद 1.25 लाख नाती ते रावण घर दिया ना बाती। महाराज कहते जो कुछ प्राप्त करना आ बड़िया बड़िया के दृष्टांत तू तो है ही कुछ नहीं, वो दिहाड़ी दब्बा करना ते रोटी खानी है। आज जो बड़े बड़े उन्होंने सुन ला। मान मोह इन्हां दोनों नूं पर हर मैंने त्याग करके गोविंद के गुण गावे। गोविंद दा बिंद प्रकाश वेदां शास्त्रां महात्मा द्वारा जानने योग है, उहदे गुण गाने चाहिए हन। कहो नानक यह विद को प्राणी। धन देववाद सच्चे पातशाह गुरु नानक साहिब दा सिद्धांत दसदे हन। जिहड़ा इस विधि जो मर्यादा दसी है, प्राणी जो प्राणाधारी जीव है इनू अपना लवे, इहदे ते चलना करे। जीवन मुक्त कहावे। वो पुछदा ना जीवन मुक्त, जिंदा ही मुक्त, तू बंधन रिहाई कोई नहीं। निर्बंध अवस्था मिल गई कि बाबा ज्वाला नूं कहंदे महाराज एक आ गया प्रोफैसर, तुसीं महाराज इन्ना पढ़े भी है नहीं, ये लोग इन्ना बड़ा सत्कार करते, ये की गल है? साडा तुहाडा की फर्क है? असीं बड़ी बड़ी डिग्रियां लईआं। महापुरुष कहते कोई भी बात नहीं, ये बनिया तो शरीर तेरा भी साडा भी, आत्मा भी में है, असंगो है ज्योति पुरुषा। कहने लगे फिर कहते होले माले ते लंगर लाया, पहले बली पे आप फड़ के कट लांगे। होला मला हो गया
कहते हुण आपां चलीए सकेत मंडी है ना 40 दिन सवा लख मूल मंत्र का पाठ करांगे। कहते मैं तो अपने घर वाली कोई 3 दिन की छुट्टी ले आया सी। कहते बाबा जोरा दा तेरा इन्ना के फर्क है, तेरी लगाम तेरी देवी के हाथ है, साडी लगाम गुरु नानक के हाथ है। कहते हैगा फर्क कहता जी कौन जी नीवें करी है। इस करके गल्लां कर लैणियां नासां चौड़ियां करके सौखियां होंदियां, पर उन्हां पुरखां अंसां दे करदियां बगां भी है चाओ डुब में बग बपड़े सिर ताल ऊपर पा। हंसां दे के बगले भी गई, पर हंसां हीरा मोती चुगना बग डड्डां भालन जावे। बगलियां का डड्डां खाणियां इंदिया चुगली दे डड्डियां खाई जांदे है। पर जिहड़े गुरमुख प्यारे है वो गुरु की संगत रूपी मान स्वरूप चार के चोग गुना रूपी मोतियां दी चोग चुगदे है। उन्हें सोच लो तुसीं हंस बनना कि बगले व्यक्ति धारनी है। अजकल हो बहुत कुछ रहा, ये सुन लो कि की ग्रहण करना। बगले बन के गड्डियां मछियां खानियां कि हंस बन के मोतियां दी चोग चुगनी है। ये तुहाडा अपना फैसला है। पातशाह कृपा करदे हन। आगे मान मोह दोनों को पर हर गोविंद के गुण गावे। कहो नानक यह बिद को प्राणी। पातशाह कहंदे जिहड़ा इस विधि मर्यादा नूं प्राणी धारण कर लैंदा है जीवन मुक्त कहावे। उस पुरुष दा नाम जीवन मुक्त है। जो नर दुख में दुख नहीं माने। ये शब्द बात लेना कि सुखमनी साहिब की नौवीं अष्टपदी की पौड़ी पढ़ लियो। प्रभु की आज्ञा आत्मा हटावे जीवन मुक्त सोई कहावे। इस सारी व्याख्या की है। जिहड़े सुखमनी पढ़ते हैं इनू ध्यान ना के बाद लियो। हुण समा इजाजत नहीं दे रहा। इन्नियां बेनतियां प्रवान करनियां। सारी संगत नूं जी आया। सब दा धन्नवाद। प्रबंधकां दा भी संगतां समूह सेवादारां दा ग्रंथी सिंह रागी सिंह ज्ञानी सिंह सारियां दा भाई धन्नवाद है। गुरु महाराज कृपा कर सब नूं नाम दान सिद्धि दान भरोसा तंदुरुस्ती दी रात बख्शिश करन। खालसा पंथ एकता उदार चढ़दी कला प्यार बख्शिश करन। इन्नियां बेनतियां प्रवान करनियां। बस कल फिर तुहाडे चरनां अज इतने बहुत वाहिगुरू जी का खालसा वाहिगुरू जी